ਤੇ ਫਿਰ ਦੁਨਿਆਵੀ ਗੁਰੂ ਕੋਲ ਫਿਰ ਲਾਈਨਾਂ ਵੀ ਲੱਗੀਆਂ ਹੁੰਦੀਆਂ ਨੇ। ਗਰੀਬ ਲੋਕ ਵਿਚਾਰੇ ਜਿਹੜੇ ਹੁੰਦੇ ਨੇ, ਜਿਨ੍ਹਾਂ ਦੀ ਕੋਈ ਪਹੁੰਚ ਨਹੀਂ ਹੁੰਦੀ ਹੈ, ਉਹ ਤਾਂ ਘੰਟੇ ਘੰਟੇ 2-2 ਘੰਟੇ ਤੱਕ ਖੜੇ ਰਹਿਣਗੇ ਕਿਸੇ ਤਰ੍ਹਾਂ ਵੀ ਜੀ ਗੁਰੂ ਦੇ ਨਾਲ ਮੁਲਾਕਾਤ ਹੋ ਜਾਵੇ। ਉਹ ਭੀੜ ਲੱਗੀ ਰਹੇਗੀ ਤੇ ਇੱਕ ਨਾ ਪਿੱਛੋਂ ਲਾਈਨ ਲੱਗੀ ਹੁੰਦੀ ਆ। ਦੁਨਿਆਵੀ ਗੁਰੂ ਨੇ ਇਹ ਕੁਝ ਕੀਤਾ ਹੁੰਦਾ ਹੈ ਕਿ ਫਸਟ ਕਲਾਸ ਬੰਦੇ ਜਿਹੜੇ ਨੇ, ਜਿਨ੍ਹਾਂ ਕੋਲ ਧਨ ਵੀ ਆ, ਦੌਲਤ ਵੀ ਆ, ਜੋ ਆਪ ਕੁਝ ਦੇ ਸਕਦੇ ਨੇ, ਕੁਝ ਵਪਾਰੀ ਲੋਕ, ਉਹਨਾਂ ਲਈ ਫਿਰ ਵੱਖਰੀ ਲਾਈਨ ਇੱਕ ਖੋਲੀ ਹੁੰਦੀ ਹੈ, ਉਹ VIP ਲਾਈਨ। ਇਹ ਦਾਸ ਆਪਣੇ ਵੱਲੋਂ ਨਹੀਂ ਕਹਿ ਰਿਹਾ, ਆਪ ਸਾਰੇ ਜਾਣਦੇ ਹੋ। ਇਸ ਤਰ੍ਹਾਂ ਹੁੰਦਾ ਹੈ, ਕਈ ਧਰਮ ਸਥਾਨਾਂ ਤੇ ਵੀ ਹੁੰਦਾ ਹੈ। ਮੈਂ ਬੇਨਤੀ ਕਰਦੇ ਹਾਂ, ਸਾਡੇ ਹਿੰਦੂ ਭਰਾਵਾਂ ਦੇ ਵਿੱਚ ਵੀ, ਹਿੰਦੂਇਜ਼ਮ ਦੇ ਵਿੱਚ ਵੀ, ਕਈ ਮੰਦਰਾਂ ਦੇ ਵਿੱਚ ਵੀ ਇਹ ਕੁਝ ਵੇਖਿਆ ਜਾਂਦਾ ਹੈ ਕਿ ਇੱਕ ਤੇ ਸਾਦੀ ਜੀ ਲਾਈਨ ਚੱਲ ਰਹੀ ਹੁੰਦੀ ਹੈ ਜਿੱਥੇ ਵੀ ਬਹੁਤ ਜ਼ਿਆਦਾ ਭੀੜ ਹੋਵੇ, ਤੇ ਇੱਕ ਪਾਸੇ ਪੁਜਾਰੀ ਕਹਿ ਦਿੰਦਾ ਹੁੰਦਾ ਹੈ ਜੀ VIP ਲਾਈਨ ਹੈ, ਥੋੜ੍ਹਾ ਪੈਸਾ ਖਰਚਣਾ ਪਏਗਾ, 500 ਰੁਪਏ 1000 ਰੁਪਏ ਤੇ ਅਸੀਂ ਤੁਹਾਨੂੰ VIP ਲਾਈਨ ਤੋਂ ਲੈ ਜਾਵਾਂਗੇ। ਕਹਿਣ ਦਾ ਭਾਵ ਸਤ ਸੰਗਤ ਜੀ, ਜੇ ਦੁਨਿਆਵੀ ਗੁਰੂ ਨੂੰ ਵੇਖੀਏ ਤੇ ਹੋਰ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਤਾਂ ਮਿਲ ਵੀ ਨਹੀਂ ਰਿਹਾ ਹੁੰਦਾ, ਦੂਰੋਂ ਹੀ ਨਮਸਕਾਰ ਕਰ ਦਿੰਦਾ, ਹੱਥ ਲਾ ਦਿੰਦਾ ਹੈ, ਅਸੀਸ ਦੇ ਦਿੰਦਾ ਹੈ। ਤੇ ਦੂਜੇ ਲੋਕ ਜਿਹੜੇ ਧਨਾਢ ਬੰਦੇ ਨੇ, ਜਿਹੜੇ ਕੁਝ ਦੇ ਸਕਦੇ ਨੇ, ਉਹਨਾਂ ਨੂੰ ਆਪ ਉੱਠ ਕੇ ਗਲਵਕੜੀ 'ਚ ਵੀ ਲਾ ਰਿਹਾ ਹੁੰਦਾ, ਉਹਨਾਂ ਨੂੰ ਆਪ ਜਾ ਕੇ ਮਿਲ ਵੀ ਰਿਹਾ ਹੁੰਦਾ। ਪਰ ਇਹ ਗੁਰੂ ਕੈਸਾ ਹੈ? ਇਹ ਗੁਰੂ ਕਦੀ ਵੀ ਐਸਾ ਨਹੀਂ ਕਹਿੰਦਾ ਕਿ ਤੇਰੇ ਕੋਲ ਜੇ ਧਨ ਨਹੀਂ ਹੈ ਤੇ ਤੂੰ ਪਿੱਛੇ ਜਾ ਕੇ ਬੈਠ, ਜਾਂ ਤੂੰ ਜੇ ਅਮੀਰ ਹੈ ਤੇ ਬਿਲਕੁਲ ਮੇਰੇ ਕੋਲ ਆ ਜਾ। ਨਹੀਂ, ਇੱਥੇ ਸਾਰਿਆਂ ਨੂੰ ਬਰਾਬਰ ਦੀ ਇੱਜ਼ਤ ਦਿੱਤੀ ਜਾਂਦੀ ਹੈ, ਬਰਾਬਰ ਦਾ ਮਾਣ ਦਿੱਤਾ ਜਾਂਦਾ ਹੈ। ਇੱਥੇ ਭਾਵੇਂ ਕੋਈ ਮਹਾਰਾਜਾ ਆ ਜਾਵੇ, ਇੱਥੇ ਭਾਵੇਂ ਕੋਈ ਨੌਕਰ ਆ ਜਾਵੇ, ਬਰਾਬਰ ਬੈਠਣਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪਣੀ ਝੋਲੀ 'ਚ ਪਾਉਣਗੇ। ਇਹ ਸਤਿਗੁਰੂ ਐਸਾ ਹੈ। ਦਾਸ ਇਸ ਕਰਕੇ ਜ਼ਿਕਰ ਕਰ ਰਿਹਾ ਸਤ ਸੰਗਤ ਜੀ, ਜਿਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਜੀਵਨ ਅਸੀਂ ਵਿਚਾਰਨਾ ਹੈ ਨਾ, ਉਹਨਾਂ ਦਾ ਵੀ ਜੀਵਨ ਕੁਝ ਐਸਾ ਹੀ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੀਵਨ ਕੁਝ ਐਸਾ ਸੀ। ਤੇ ਤੁਸੀਂ ਵੇਖੋ, ਪੂਰਾ ਸਤਿਗੁਰੂ ਕਿਸ ਨੂੰ ਕਿਹਾ ਜਾਂਦਾ? ਕਹਿੰਦੇ ਜਿਸ ਮਿਲਿਆ ਮਿਲ ਹੋਏ ਆਨੰਦ, ਸੋ ਸਤਿਗੁਰ ਕਹੀਆ। ਸਤਿਪੁਰਖ ਜਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਜਿਸ ਕਾ ਸੰਗ ਸਕ ਉਧਰੈ, ਨਾਨਕ ਹਰ ਗੁਣ ਗਾਉ। ਉਹ ਹੈ ਪੂਰਨ ਸਤਿਗੁਰੂ। ਅੰਦਰ ਤੱਕ ਠੰਡ ਪਹੁੰਚ ਜਾਵੇ। ਹੋਇਆ ਕਿ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਨਾਮ ਜੋ ਹੈ ਮਾਤਾ ਪਿਤਾ ਜੀ ਵੱਲੋਂ ਉਦੋਂ ਭਾਈ ਲਹਿਣਾ ਰੱਖਿਆ ਗਿਆ ਸੀ, ਤੇ ਬਾਬਾ ਫੇਰੂ ਮਲ ਜੋ ਸਨ, ਅੰਦਰ ਇੱਕ ਭਾਵਨਾ ਸੀ, ਅੰਦਰ ਇੱਕ ਚੰਗੀ ਸੋਚ ਸੀ, ਤੇ ਸੰਗ ਨੂੰ ਇਕੱਤਰ ਕੀਤਾ ਤੇ ਨੈਣਾ ਵੀ ਦੇਵੀ ਦੇ ਕੋਲ ਜਾਣਾ, ਘੁੰਗਰੂ ਬੰਨ੍ਹ ਕੇ ਪੈਰਾਂ ਦੇ ਵਿੱਚ ਉਹੋ ਜਿਹੇ ਨਾਚ ਨੱਚਣੇ, ਕਰਮਕਾਂਡ ਕਰਨੇ ਕਿ ਸ਼ਾਇਦ ਆਪਣੇ ਇਸ਼ਟ ਨੂੰ ਮਨਾ ਲਾਂਗੇ, ਸ਼ਾਇਦ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ, ਸ਼ਾਇਦ ਪ੍ਰਮਾਤਮਾ ਸਾਡੇ ਉੱਤੇ ਰੀਝ ਜਾਵੇ, ਸਾਡੇ ਉੱਤੇ ਖੁਸ਼ ਹੋ ਜਾਵੇ। ਤੇ ਉਹੀ ਪ੍ਰਭਾਵ ਜੋ ਹੈ ਭਾਈ ਲਹਿਣਾ ਜੀ ਨੇ ਵੀ ਅਪਣਾਇਆ। ਭਾਈ ਲਹਿਣਾ ਜੀ ਨੇ ਵੀ ਉਹੀ ਕੁਝ ਕੀਤਾ, ਪੈਰਾਂ ਵਿੱਚ ਘੁੰਗਰੂ ਬੰਨ੍ਹ ਲੈਣੇ ਤੇ ਦੇਵੀ ਦੇਵਤਿਆਂ ਕੋਲ ਜਾਣਾ, ਉਹੋ ਜਿਹੇ ਕਰਮਕਾਂਡ ਕਰਨੇ, ਨਾਚ ਨੱਚਣੇ, ਤੇ ਕਾਰੋਬਾਰ ਵੀ ਸੀ, ਕੀਤਾ ਸੀ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ, ਭਾਈ ਲਹਿਣਾ ਜੀ ਦਾ ਹੱਟੀ ਉੱਤੇ ਬੈਠਦੇ ਹੁੰਦੇ ਸਨ। ਪਰ ਜਿਸ ਵੇਲੇ ਬਖਸ਼ਿਸ਼ ਹੋਣੀ ਹੋਵੇ ਨਾ ਸਤ ਸੰਗਤ ਜੀ, ਰਹਿਮਤ ਹੋਣੀ ਹੋਵੇ, ਨਜ਼ਰੇ ਇਨਾਇਤ, ਪਰਮਾਤਮਾ ਆਪ ਹੀ ਕਰ ਦਿੰਦਾ ਹੈ, ਆਪ ਹੀ ਬਖਸ਼ਿਸ਼ਾਂ ਕਰ ਦਿੰਦਾ ਹੈ। ਉਹੀ ਹੋਈ ਹੈ ਗੱਲ ਕਿ ਭਾਈ ਜੋਧ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਜਿਨ੍ਹਾਂ ਦੀ ਆਪ ਡਿਊਟੀ ਲਾਈ ਸੀ ਕਿ ਬਾਣੀ ਦਾ ਪ੍ਰਚਾਰ ਕਰਨਾ ਹੈ, ਸ਼ਬਦ ਪੜ੍ਹਦੇ ਜਾ ਰਹੇ ਸਨ। ਜਿਤ ਕੀਤਾ ਪਾਈਆ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਆ, ਮੰਦਾ ਮੋਲ ਨਾ ਕੀਚ, ਤੇ ਲੰਮੀ ਨਦਰ ਨਿਹਾਲੀਆ। ਜਿਤ ਕੀਤਾ ਪਾਈਆ ਆਪਣਾ, ਜਦ ਕੰਨਾਂ 'ਚ ਬੋਲ ਪਏ ਨਾ, ਅਰਥ ਸਮਝੇ ਕਿ ਸਤਿਗੁਰੂ ਐਸੇ ਮਹਾਨ ਨੇ, ਇਹੋ ਜੀ ਮਹਾਨ ਬਾਣੀ ਜਿਨ੍ਹਾਂ ਦੇ ਅਰਥ ਹੀ ਇਹ ਨੇ
ਕਿ ਜਿਨ੍ਹਾਂ ਨੇ ਇੰਨਾ ਸਭ ਕੁਝ ਸਾਨੂੰ ਦਿੱਤਾ ਏ, ਬਖਸ਼ਿਸ਼ਾਂ ਦਿੱਤੀਆਂ ਨੇ, ਰਹਿਮਤਾਂ ਦਿੱਤੀਆਂ ਨੇ, ਜੇ ਜੀਵਨ ਦਿੱਤਾ ਏ, ਤੇ ਕਿਉਂ ਨਾ ਉਹਨੂੰ ਸਿਮਰੀਏ। ਤੇ ਜੋ ਕੁਝ ਵੀ ਅਸੀਂ ਕਰਦੇ ਹਾਂ ਇਸ ਜੀਵਨ ਦੇ ਵਿੱਚ, ਜੇ ਜੀਵਨ ਸਾਨੂੰ ਮਿਲਿਆ ਏ, ਭਾਵੇਂ ਚੰਗਾ ਕਰਦੇ ਹਾਂ ਭਾਵੇਂ ਮਾੜਾ ਕਰਦੇ ਹਾਂ, ਉਹ ਸਭ ਕੁਝ ਸਾਡਾ ਲਿਖਿਆ ਜਾਂਦਾ। ਤੇ ਕਿਉਂ ਨਾ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਨੂੰ ਹਮੇਸ਼ਾ ਯਾਦ ਰੱਖੀਏ, ਉਹਦਾ ਸਿਮਰਨ ਕਰੀਏ। ਦਾਸ ਨੇ ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਅਸੀਂ ਭਾਵੇਂ ਆਪਣੇ ਜੀਵਨ ਦੇ ਵਿੱਚ ਜੋ ਕੁਝ ਵੀ ਕਰ ਰਹੇ ਹਾਂ, ਭਾਵੇਂ ਚੰਗਾ ਕਰ ਰਹੇ ਹਾਂ ਭਾਵੇਂ ਮੰਦਾ ਕਰ ਰਹੇ ਹਾਂ, ਉਹ ਆਪਣੇ ਲਈ ਕਰ ਰਹੇ ਹਾਂ। ਧੋਖਾ ਜੇ ਕਿਸੇ ਨੂੰ ਕਿਸੇ ਨੇ ਦਿੱਤਾ ਹੈ ਨਾ, ਮੈਂ ਇੱਕ ਵਾਰੀ ਪਹਿਲਾਂ ਇਹ ਗੱਲ ਕੀਤੀ ਸੀ ਕਿ ਕਈ ਵਾਰੀ ਨਾ ਜਿਹੜੇ ਚੰਗੇ ਲੋਕ ਹੁੰਦੇ ਨੇ, ਸਿੱਧੇ ਬੰਦੇ ਹੁੰਦੇ ਨੇ, ਉਹ ਇਸ ਗੱਲ ਨੂੰ ਲੈ ਕੇ ਬੈਠ ਜਾਂਦੇ ਨੇ ਜੀ ਸਾਡੇ ਨਾਲ ਧੋਖਾ ਹੋਇਆ। ਇੱਕ ਪ੍ਰੋਗਰਾਮ ਆਉਂਦਾ ਸੀ ਟੀਵੀ ਤੇ ਇੱਕ ਬਜ਼ੁਰਗ ਮਾਤਾ ਸੀ, ਤੇ ਉਹਦੇ ਨਾਲ ਕੁਝ ਇਹੋ ਜਿਹਾ ਹੋਇਆ। ਬਜ਼ੁਰਗ ਮਾਤਾ ਸੀ, ਆਪਣਾ ਐਕਸਪੀਰੀਅੰਸ ਉਹਨੇ ਦੱਸਿਆ। ਉਹ ਕਹਿਣ ਲੱਗੀ ਜੀ ਜੇ ਮੇਰੇ ਨਾਲ ਇਹੋ ਜਿਹਾ ਕੁਕਰਮ ਕਿਸੇ ਨੇ ਕੀਤਾ, ਜੇ ਮੇਰੀ ਪੱਤ ਕਿਸੇ ਨੇ ਲੁੱਟੀ ਹੈ, ਤੇ ਹੋਇਆ ਕਿ ਉਦੋਂ ਸਮਾਜ ਨੇ ਮੈਨੂੰ ਹੀ ਗਾਲਾਂ ਕੱਢੀਆਂ, ਉਦੋਂ ਮੈਨੂੰ ਹੀ ਆਖਿਆ ਕਿ ਸ਼ਾਇਦ ਇਹਦੇ ਭਾਗ ਚੰਗੇ ਨਹੀਂ ਨੇ, ਸ਼ਾਇਦ ਇਹਦਾ ਜੀਵਨ ਇਹੋ ਜਿਹਾ ਹੋਵੇਗਾ ਤਾਂ ਇਹਦੇ ਨਾਲ ਕੁਝ ਹੋਇਆ ਹੈ, ਇਹਦੇ ਲੇਖ ਇਹੋ ਜਿਹੇ ਲਿਖੇ ਹੋਣਗੇ, ਇਹਦੇ ਨਾਲ ਇੰਨਾ ਮਾੜਾ ਹੋ ਗਿਆ, ਇਹ ਮਾੜੀ ਹੋ ਗਈ ਹੈ, ਉਹਦੇ ਨਾਲ ਘਿਰਨਾ ਕਰਨ ਲੱਗੇ। ਪਰ ਉਸ ਮਾਤਾ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਜੀ ਇਹ ਅਧਿਕਾਰ ਕਿਸਨੇ ਦੇ ਦਿੱਤਾ? ਮਾੜਾ ਮੇਰੇ ਨਾਲ ਹੋਇਆ ਤੇ ਜਿਸਨੇ ਮਾੜਾ ਕੀਤਾ ਏ, ਸਮਝਣਾ ਤੇ ਇਹ ਚਾਹੀਦਾ ਕਿ ਉਹਨੇ ਮਾੜਾ ਕੀਤਾ ਤੇ ਉਹਦੇ ਨਾਲ ਹੀ ਮਾੜਾ ਹੋਇਆ। ਜਿਹੜਾ ਪਾਪ ਕਰਦਾ ਏ ਨਾ, ਜਿਹੜਾ ਗੁਨਾਹ ਕਰਦਾ ਏ, ਤੇ ਗੁਨਾਹ ਕਰਨ ਵਾਲਾ ਹੀ ਗੁਨੇਗਾਰ ਹੈ, ਤੇ ਉਹਦੇ ਨਾਲ ਹੀ ਗੁਨਾਹ ਹੋਇਆ। ਮੈਂ ਤੇ ਆਪਣੇ ਆਪ ਤੇ ਜੀਵਨ ਮੇਰਾ ਚੰਗਾ ਸੀ, ਸੱਚਾ ਸੀ, ਮੇਰੇ ਨਾਲ ਮਾੜਾ ਕੀ ਹੋਇਆ? ਮੈਨੂੰ ਥੋੜਾ ਬਹੁਤ ਦੁੱਖ ਪਹੁੰਚਿਆ, ਪਰ ਸਮਾਜ ਨੇ ਕੇਵਲ ਮੈਨੂੰ ਹੀ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ। ਇਹ ਗੱਲ ਠੀਕ ਨਹੀਂ। ਹੁੰਦਾ ਕੀ ਹੈ, ਕਈ ਵਾਰੀ ਸਿੱਧੇ ਬੰਦੇ ਇਹੋ ਜਿਹੇ ਹੀ ਹੁੰਦੇ ਨੇ। ਇੱਕ ਸਿੰਪਲ ਜੀ ਗੱਲ, ਕਿਸੇ ਦੇ ਨਾਲ ਕੋਈ ਧੋਖਾ ਹੋ ਜਾਵੇ ਨਾ, ਭਾਵ ਮੇਰੇ ਨਾਲ ਹੀ ਹੋ ਗਿਆ, ਹੁਣ ਮੈਂ ਕਹਿ ਦੇਣਾ ਜੀ ਮੇਰੇ ਨਾਲ ਹੀ ਧੋਖਾ ਹੋ ਗਿਆ, ਮੈਂ ਧਿਆਨ ਨਹੀਂ ਰੱਖਿਆ। ਮਾੜਾ ਤੇ ਉਹਨਾਂ ਨਾਲ ਹੋਇਆ ਜਿਨ੍ਹਾਂ ਨੇ ਧੱਕਾ ਕੀਤਾ, ਜਿਨ੍ਹਾਂ ਨੇ ਧੋਖਾ ਕੀਤਾ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਦੇ ਨਾਲ ਸਵਾਲ ਜਵਾਬ ਹੋਣਾ ਹੈ, ਉਹਨਾਂ ਨੇ ਜਵਾਬ ਦੇਣਾ ਹੈ। ਉਹ ਸੱਚੀ ਦਰਗਾਹ ਦੇ ਵਿੱਚ ਜਿਹਦੇ ਨਾਲ ਧੋਖਾ ਹੋਇਆ ਉਹ ਤਾਂ ਆਪਣੇ ਧਰਮ ਤੇ ਕਾਇਮ ਸੀ, ਜਿਹਦੀ ਪੱਤ ਲੁੱਟੀ ਗਈ, ਜਿਹਦੇ ਨਾਲ ਮਾੜਾ ਹੋਇਆ ਉਹ ਤੇ ਆਪਣੇ ਧਰਮ ਤੇ ਕਾਇਮ ਸੀ। ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਬਤੀਤ ਜੋ ਲੋਕ ਕਰ ਰਹੇ ਨੇ, ਭਾਵੇਂ ਕੋਈ ਗਲਤ ਕਰਦਾ ਵੀ ਹੈ ਤੇ ਇਹਦਾ ਅਫਸੋਸ ਨਾ ਕਰੋ। ਅਫਸੋਸ ਉਹਨਾਂ ਨੂੰ ਕਰਨਾ ਚਾਹੀਦਾ ਜੋ ਮਾੜਾ ਕਰਦੇ ਨੇ, ਜੋ ਕਿਸੇ ਦੇ ਨਾਲ ਧੋਖਾ ਕਰਦੇ ਨੇ, ਜੋ ਕਿਸੇ ਦੀ ਪੱਤ ਲੁੱਟਣ, ਪਰਾਇਆ ਹੱਕ ਖਾਣ। ਤੇ ਇਹੀ ਗੁਰਬਾਣੀ ਨੇ ਸਾਨੂੰ ਦੱਸਿਆ, ਜੋ ਕੁਝ ਵੀ ਅਸੀਂ ਕਰਦੇ ਹਾਂ ਜਿਤ ਕੀਤਾ ਪਾਈਆ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀ ਹੈ। ਜੋ ਕੁਝ ਵੀ ਅਸੀਂ ਕਰਦੇ ਹਾਂ, ਭਾਵੇਂ ਚੰਗਾ ਕਰੀਏ ਭਾਵੇਂ ਮਾੜਾ ਕਰੀਏ, ਸਭ ਕੁਝ ਸਾਡੇ ਜੀਵਨ ਦੇ ਵਿੱਚ ਉਹ ਲੇਖ ਲਿਖੇ ਜਾਣੇ ਨੇ। ਅੱਗੇ ਚੱਲ ਕੇ ਉਸੇ ਤਰੀਕੇ ਦੇ ਨਾਲ ਸਵਾਲ ਜਵਾਬ ਵੀ ਸਾਡੇ ਤੋਂ ਹੋਣੇ ਨੇ। ਜੇ ਅਸੀਂ ਆਪਣੇ ਧਰਮ ਤੇ ਕਾਇਮ ਹਾਂ, ਆਪਣੇ ਜੀਵਨ ਦੇ ਵਿੱਚ ਆਪਣਾ ਜੀਵਨ ਸੱਚੇ ਤੇ ਸੁੱਚੇ ਢੰਗ ਦੇ ਨਾਲ ਬਤੀਤ ਕਰ ਰਹੇ ਹਾਂ, ਤੇ ਸਾਨੂੰ ਘਬਰਾਉਣ ਦੀ ਲੋੜ ਨਹੀਂ। ਕੇਵਲ ਇੱਕ ਪ੍ਰਮਾਤਮਾ ਵਾਹਿਗੁਰੂ ਤੇ ਵਿਸ਼ਵਾਸ ਰੱਖੀਏ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ, ਭਾਈ ਲਹਿਣਾ ਜੀ ਨੂੰ ਜਦ ਇਸ ਸ਼ਬਦ ਦੇ ਅਰਥ ਪਤਾ ਲੱਗੇ ਨਾ, ਉਦੋਂ ਹੀ ਅੰਦਰ ਤੱਕ ਕਹਿੰਦੇ ਖਿੜ ਗਿਆ। ਹੈ ਕਮਾਲ ਦੀ ਗੱਲ ਹੈ, ਇੱਕ ਪੌੜੀ ਨੇ ਇੰਨਾ ਜਾਗਰੂਕ ਮੈਨੂੰ ਕਰ ਦਿੱਤਾ ਏ, ਜੇ ਪੂਰਨ ਸਤਿਗੁਰੂ ਹੀ ਮੈਨੂੰ ਮਿਲ ਜਾਣਗੇ ਤੇ ਕਿਤਨਾ ਕਿ ਚੰਗਾ ਹੋਵੇ। ਭਾਈ ਜੋਤ ਜੀ ਤੋਂ ਪੁੱਛਿਆ, ਭਾਈ ਸਾਹਿਬ ਜੀ ਇਹ ਜਿਨ੍ਹਾਂ ਦੀ ਬਾਣੀ ਤੁਸੀਂ ਪੜ੍ਹੀ ਹੈ, ਜਿਹਦੀ ਵਿਚਾਰ ਤੁਸੀਂ ਮੈਨੂੰ ਦੱਸੀ ਹੈ, ਇਹ ਕਿੱਥੇ ਨੇ? ਕਹਿਣ ਲੱਗੇ ਜੀ ਇਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਬਾਣੀ ਹੈ, ਕਰਤਾਰਪੁਰ ਸਾਹਿਬ ਰਹਿੰਦੇ ਨੇ, ਬਖਸ਼ਿਸ਼ਾਂ ਕਰ ਰਹੇ ਨੇ, ਰਹਿਮਤਾਂ ਕਰ ਰਹੇ ਨੇ।
ਤੇ ਜੇ ਮਿਲਣਾ ਚਾਹੁੰਦੇ ਹੋ ਤੇ ਕਰਤਾਰਪੁਰ ਚਲੇ ਜਾਓ। ਹੁਣ ਕਾਰੋਬਾਰ ਵੀ ਸੰਭਾਲਣਾ ਸੀ, ਦੁਕਾਨ ਤੇ ਬੈਠੇ ਹੋਏ ਨੇ, ਪਰ ਬਾਣੀ ਤੁਸੀਂ ਵੇਖੋ ਨਾ, ਜਦ ਸਮਝ ਪੈ ਗਈ ਬਾਣੀ ਤਾਂ ਇਹੀ ਹੈ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਗੁਰ ਕਾ ਦਰਸ਼ਨ ਪਾਏ ਜੀਓ। ਗੁਰਬਾਣੀ ਤੇ ਐਸੀ ਹੈ ਨਾ, ਬਾਣ ਵੱਜੇ ਨਾ ਤੇ ਜਨਮਾਂ ਜਨਮਾਂਤਰਾਂ ਦਾ ਮਨੁੱਖ ਉੱਠ ਜਾਂਦਾ। ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ, ਕਹਿ ਦਿੱਤਾ ਗਿਆ ਨਾ, ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ। ਹਰ ਪ੍ਰੇਮ ਬਾਣੀ, ਬਾਣੀ ਦਾ ਭਾਵ ਗੁਰਬਾਣੀ ਨਹੀਂ ਹੈ ਇੱਥੇ। ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਦਾ ਭਾਵ ਪ੍ਰੇਮ ਦੇ ਬਾਣ। ਗੁਰਬਾਣੀ ਰੂਪੀ ਬਾਣ ਜਦ, ਉਹ ਤੀਰ ਦੇ ਬਾਣ ਜਦ ਵੱਜਦੇ ਨੇ ਨਾ, ਜਨਮਾਂ ਜਨਮਾਂਤਰਾਂ ਦਾ ਸੁੱਤਾ ਹੋਇਆ ਮਨੁੱਖ ਜਾਗ ਪੈਂਦਾ। ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰੇ ਹਿਰਦੇ ਸੁਧ ਬੁਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਉਹ ਸਾਰੀਆਂ ਚਿੰਤਾ ਫਿਕਰਾਂ ਦੂਰ ਹੋ ਜਾਂਦੀਆਂ ਨੇ। ਹੁਣ ਅੰਦਰ ਇੱਕ ਤਾਂਗ ਹੈ ਕਿ ਇੱਕ ਪੌੜੀ ਸੁਣ ਕੇ ਅੰਦਰ ਤੱਕ ਇੰਨੀ ਠੰਡ ਪਹੁੰਚ ਗਈ ਹੈ, ਜੇ ਪੂਰਨ ਸਤਿਗੁਰੂ ਨੂੰ ਮਿਲਾਂਗਾ ਤੇ ਕਿਤਨਾ ਕੁ ਚੰਗਾ ਹੋਵੇਗਾ, ਮੇਰਾ ਤਾਂ ਜੀਵਨ ਸਫਲਾ ਹੋ ਜਾਵੇਗਾ। ਠਹਿਰਾਵ ਨਹੀਂ ਪੈਂਦਾ, ਦੁਕਾਨ ਤੇ ਬੈਠੇ ਹੋਏ ਨੇ, ਪਰ ਬਾਹਰ ਮਨ ਉੱਡਦਾ ਏ, ਕਦੋਂ ਮੈਂ ਆਜ਼ਾਦ ਹੋਵਾਂ ਤੇ ਕਦ ਉਸ ਗੁਰੂ ਨੂੰ ਜਾ ਕੇ ਮਿਲਾਂ। ਤੇ ਅੱਗੇ ਜਾਣਾ ਸੀ ਕਿਤੇ, ਉਸ ਦੇਵੀ ਕੋਲ ਪੂਜਾ ਕਰਨ ਦੇ ਲਈ ਸੰਗ ਤੁਰਿਆ। ਕਰਤਾਰਪੁਰ ਦੇ ਲਾਗੇ ਹੀ ਪਹੁੰਚੇ ਨੇ, ਜਾਗਰਣ ਕਰਦਿਆਂ ਹੋਇਆਂ, ਰਾਤ ਗੀਤ ਗਾਉਂਦਿਆਂ ਹੋਇਆਂ ਉਸ ਇਲਾਕੇ ਦੇ ਵਿੱਚ ਪਹੁੰਚੇ ਲਾਗੇ ਦੇ। ਤੇ ਸੰਗ ਨੂੰ ਕਹਿ ਦਿੱਤਾ, ਹੁਣ ਤੁਸੀਂ ਇੱਥੇ ਵਿਸ਼ਰਾਮ ਕਰੋ, ਤੁਸੀਂ ਇੱਥੇ ਆਰਾਮ ਕਰੋ। ਇੱਥੇ ਇੱਕ ਮਹਾਂਪੁਰਖ ਨੇ, ਮੈਨੂੰ ਪਤਾ ਲੱਗਾ ਇਹ ਨੇੜੇ ਹੀ ਰਹਿੰਦੇ ਨੇ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ, ਕੁਝ ਸਮੇਂ ਦੇ ਅੰਦਰ ਵਾਪਸ ਆ ਜਾਵਾਂਗਾ। ਹੁਣ ਤੁਰੇ ਨੇ, ਘੋੜੇ ਤੇ ਅਸਵਾਰ ਹੋਏ ਨੇ। ਕਰਤਾਰਪੁਰ ਦੀ ਜੂਹ ਜਿਹੜੀ ਹੈ, ਉਹ ਬਾਰਡਰ ਜਿਉਂ ਹੀ ਟੱਪਿਆ ਏ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਆਪ ਲੈਣ ਲਈ ਆ ਗਏ। ਗੁਰਬਾਣੀ ਤੇ ਇਹੀ ਕਹਿੰਦੀ ਆ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੀਤ ਹੈ। ਤੂੰ ਇੱਕ ਕਦਮ ਤੇ ਚੱਕ, ਸੱਚੀ ਭਾਵਨਾ ਦੇ ਨਾਲ ਇੱਕ ਸਟੈਪ ਅੱਗੇ ਅਸੀਂ ਵਧਾ ਲਈਏ। ਕਰੋੜਾਂ ਕਦਮਾਂ ਆ ਕੇ ਗੁਰੂ ਸਾਨੂੰ ਕੁਟਗਲ ਵੱਖੜੀ ਚਲਾਉਂਦਾ ਏ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਇਹੀ ਕੁਝ ਕੀਤਾ। ਕਹਿਣ ਲੱਗੇ, ਮੇਰੀ ਸਿੱਖੀ ਦਾ, ਇਸ ਸਿੱਖ ਫੁਲਵਾੜੀ ਦਾ ਇੱਕ ਵਾਰਸ ਆ ਰਿਹਾ ਏ, ਮੈਂ ਉਹਨੂੰ ਲੈਣ ਲਈ ਜਾ ਰਿਹਾ। ਜਦ ਗਏ ਨੇ, ਭਾਈ ਲਹਿਣਾ ਜੀ ਘੋੜੇ ਤੇ ਸਵਾਰ ਸਨ, ਬਜ਼ੁਰਗ ਬਾਬਾ ਮਿਲਿਆ ਤੇ ਕਹਿ ਦਿੱਤਾ, ਪੁਰਖਾ ਜੀ ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰਹਿੰਦੇ ਨੇ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ, ਮਿਲਣ ਦੀ ਤਾਂਘ ਹੈ, ਮਿਲਣ ਦਾ ਚਾਹਵਾਨ ਹਾਂ। ਤੇ ਕਹਿੰਦੇ, ਮੈਂ ਤੁਹਾਨੂੰ ਆਪੇ ਲੈ ਕੇ ਚੱਲਦਾ। ਘੋੜੇ ਦੀ ਰਕਾਬ ਫੜੀ ਹੈ ਤੇ ਆਪ ਲੈ ਕੇ ਗਏ ਨੇ। ਘੋੜਾ ਜਿਸ ਜਗ੍ਹਾ ਤੇ ਬੰਨਿਆ, ਹਾਲੇ ਭਾਈ ਲਹਿਣਾ ਜੀ ਬੰਨ ਕੇ ਅੰਦਰ ਹੀ ਆ ਰਹੇ ਸਨ, ਦੌੜ ਕੇ ਮਹਾਂਪੁਰਖ ਬੈਠੇ ਹੋਏ ਨੇ, ਮੱਥਾ ਟੇਕ ਕੇ ਆਏ। ਜਿਸ ਵੇਲੇ ਸੀਸ ਚੱਕਿਆ, ਨਜ਼ਰਾਂ ਚੱਕੀਆਂ, ਵੇਖਿਆ ਕਿ ਹੈ ਕਮਾਲ ਦੀ ਗੱਲ, ਜਿਸ ਬਜ਼ੁਰਗ ਨੂੰ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਮਿਲਾਪ ਕਰਨਾ ਏ, ਇਹ ਤਾਂ ਉਹੀ ਬਜ਼ੁਰਗ ਨੇ ਜੋ ਮੇਰੇ ਘੋੜੇ ਦੀ ਰਕਾਬ ਨੂੰ ਫੜ ਕੇ ਆਪ ਇਸ ਜਗ੍ਹਾ ਤੇ ਲੈ ਕੇ ਆਏ ਨੇ। ਤੇ ਹੁਣ ਅੰਦਰ ਉਹ ਜੀ ਸ਼ਰਮਿੰਦਗੀ ਹੈ ਕਿ ਮੈਂ ਤਾਂ ਬਖਸ਼ਿਸ਼ਾਂ ਲੈਣ ਲਈ ਆਇਆ ਸੀ, ਪਰ ਪਹਿਲਾਂ ਹੀ ਇੰਨੀ ਵੱਡੀ ਗਲਤੀ ਕਰ ਬੈਠਾ ਕਿ ਬਜ਼ੁਰਗ ਨੂੰ, ਉਹਨਾਂ ਮਹਾਂਪੁਰਖਾਂ ਨੂੰ ਹੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਹੀ ਆਪਣੇ ਘੋੜੇ ਦੀ ਅਗਵਾਈ ਕਰਨ ਲਈ, ਆਪਣੀ ਅਗਵਾਈ ਕਰਨ ਦੇ ਲਈ ਘੋੜੇ ਦੀ ਰਕਾਬ ਫੜਾ ਦਿੱਤੀ ਆ। ਹੁਣ ਉੱਤੇ ਨਜ਼ਰ ਚੱਕੀ ਨਹੀਂ ਜਾਂਦੀ ਹੈ, ਜ਼ਮੀਨ ਤੇ ਨਜ਼ਰਾਂ ਗੱਡੀਆਂ ਹੋਈਆਂ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਲਹਿਣਾ ਜੀ, ਕਿਉਂਕਿ ਅੱਖਾਂ ਚ ਅੱਥਰੂ ਆ ਗਏ ਸਨ, ਤੇ ਕਹਿ ਦਿੱਤਾ, ਭਾਈ ਲਹਿਣਾ ਜੀ, ਗੁਰਮੁਖ ਪਿਆਰਿਓ, ਇੰਨਾ ਅਫਸੋਸ ਕਿਉਂ? ਕਹਿਣ ਲੱਗੇ, ਜੀ ਸਤਿਗੁਰੂ, ਮੈਂ ਤੁਹਾਡੀਆਂ ਬਖਸ਼ਿਸ਼ਾਂ ਲੈਣ ਲਈ ਆਇਆ ਸੀ, ਨਦਰ ਇਨਾਇਤ ਲੈਣ ਲਈ ਆਇਆ ਸੀ, ਪਰ ਬੱਜਰ ਕੁਰੈਤ ਹੋ ਗਈ ਹੈ। ਆਪ ਜੀ ਨੇ ਮੇਰੇ ਘੋੜੇ ਦੀ ਰਕਾਬ ਫੜੀ, ਮੇਰੀ ਇੰਨੀ ਜ਼ਰੂਰਤ ਨਹੀਂ, ਤੁਸੀਂ ਤਾਂ ਮੈਨੂੰ ਬਖਸ਼ ਦਿਓ, ਮੈਨੂੰ ਕਿਰਪਾ ਕਰੋ, ਨਦਰ ਇਨਾਇਤ ਕਰੋ। ਪੁੱਛਿਆ ਨਾ ਕੀ? ਉਦੋਂ ਨਾ ਨਹੀਂ ਸੀ ਪੁੱਛਿਆ। ਕਹਿਣ ਲੱਗੇ, ਮੈਂ ਤਾਂ ਨਾਮ ਪੁੱਛਣਾ ਭੁੱਲ ਗਿਆ। ਕਹਿਣ ਲੱਗੇ, ਜੀ ਸਤਿਗੁਰੂ, ਨਾਮ ਹੈ ਮਾਤਾ ਪਿਤਾ ਨੇ ਰੱਖਿਆ ਲਹਿਣਾ। ਤੇ ਜਵਾਬ ਦਿੱਤਾ, ਕਮਾਲ ਦੀ ਗੱਲ,
किन्ना सोहना सबब अपनाया परमात्मा वाहिगुरू ने। जे तू लैना है तो असी देना है, तू लैना है तो असी देना है। ते लैण वाले हमेशा चढ़ के आउंदे हुंदे ने, अफसोस नहीं करीदा हुंदा। तुसी लैण आए हो इस करके चढ़ के आए हो, असी तुहानू देना है इस करके तुहाडी अगवाई कीती है, तुहाडी आओ भगत कीती है। और उही गल बनी, बस गुरु नानक दे दरबार दे विच आए, गुरु नानक दे चरनां ते भौरे ही बन के रह गए। फिर लगातार हुण तुसी वेखो 7 साल दा समा लग गया। संग अगे चला गया सी देवी देवतियां कोल, वापस आया है परत के सवाल किया, भाई लैणे आ तू साडा आगू सी, तू साडी अगवाई करदा सी, ते तेरी अगवाई दे विच असी अगे जाके देवी देवतियां दी पूजा करदे सी, ओह जे नाच नचदे सी, पर तू इत्थे रह गया, साडा मन नहीं लग्या। असी किहड़ी बख्शिश आखिर उस गुरु नानक दे विच असी भी मिलना चाहुंदे हां। तू टाइम लै। गुरु नानक देव पातशाह जी तो भाई लहणा जी ने समा लिया कि सतगुरु जी ये संग अगे गया सी, तुहानू मिलना चाहुंदा है कि मिल सकते हैं? कहते गुरु नानक दा दरबार है 24 घंटे खुले है, ਜਿਹੜੇ ਵੇਲੇ मर्जी आ जान। जिस वेले संग आ गया, हुण दुनियावी इच्छावां लैके आए सन, यही दुनियावी इच्छावां किते देवी देवतियां कोल भी लैके जांदे सन, मन दी मुरादां लैके जांदे सन कि साडियां मन दीयां मुरादां पूरीआं हो जाण। पर सत संगत जी याद रखना, दुनियावी दाते जो ने ना, कई बारी साडे वीर मातावां भैणां ये भावना लैके जांदे ने कि जी सानू उन्हां कोलों कुछ मिलेगा, उन्हां कोलों असीसां मिलणगीआं, साडे कारज रास हो जाणगे, सानू कारोबार मिल जावे। हुण यही मंग हुंदी है साडी, साडे कारोबार रास हो जाण, गड्डी मोटर कार मिल जावे, घर बार मिल जावे। याद रखना ये दातां इस गुरु नानक दे दरबार दे विच भी ने, पर कलियां दातां नहीं, इत्थे जीवन जीण दी जाच भी सिखाई जाती है। इत्थे आत्मक आनंद किस तरह प्राप्त करना है, गुरबाणी वो कुछ सानू दसदी है। कह दिता गया ना, जिस मिलिया मिल होए आनंद सो सतगुर कहिए। दुनियावी बख्शिशां, दुनियावी रहमतां, ऐशो आराम तुहानू कितों भी मिल सकते हैं। किसी भी दाते कोल तुसी चले जाओगे, वो तुहाडी मदद भी कर देगा शायद, तो तुहाडे काम भी रास हो जाणगे। पर अंदर जो आत्मक आनंद है ना, वो किसी दुनियावी दाते कोल या दुनियावी गुरु कोल नहीं मिलेगी। अंदर दा जो आनंद है वो केवल तो केवल गुरु ग्रंथ साहिब जी के कोल आके ही मिलेगा। जिस मिलिया मिल होए आनंद सो सतगुर कहिए। सत परख जन जानिया, सतगुर तिसका नाम, तिसका संग सकत रह, नानक हर गुण गाओ। वो है पूर्ण सतगुरु। ते अरदासां भी इत्थे करनियां ने। अक्सर मैं बेनती करना कि गुरु दरबार दे विच जद तुसीं आउंदे हो ना, निता प्रति हर रोज़ दियां हाज़रियां भरिया करो। असीं छेती डोल जांदे हां। भाई साहब भाई गुरदास साहब जी ने बड़े कमाल दे वचन कहे, कहंदे गुरु के सिखा तू तां छेती डोल जांदा। भिखारी नूं तक्किया, एक भिखारी दा सुभाव लैके आ। जे गुरु नानक दे दरबार दे विच आउणा है, भिखारी की करदा है, किसी दे घर दे बूहे अगे जांदा है ना, ते जद तक उन्होंने कुछ मिल ना जाए वो उत्थे खड़ा रहिंदा है। भावें घर दा मालिक उन्होंने जाण लई कहंदा, बच्चे जाण लई कहंदे ने, वो खड़ा रहेगा ढीठ बन के। ते घर दी जो इस्तरी हुंदी आ, वो एक कौली चौल या आटा उहदी झोली च पा दिंदी है, वो कुछ लैके ही उत्थों जांदा। बिल्कुल इसे तरह गुरु के सिखा यह सुभाव लैके आ, आवत है जाके भीख मांगन भिखारी, दीन देखत अधीन निरासो ना बिडार है। जब भिखारी वाला सुभाव लैके आवेगा ना, इतों बेअंत बरकतां तू लैके जावेगा, बड़ियां बरकतां लैके जावेगा। ते फेक मंगना पता है की है, दुनियावी दाता ना मंगी। दुनियावी दाता ते हैं ना, इत्थे रुलदियां पईयां ने, पर वेख सब तो जरूरी चीज की है। दाता वो ना मंगी है, फिर मंगण जाइए होछा शाह ना कीचे, फिर पछोताई है। वो दाता ना मंगीए, इहो जिहा होछा शाह ना अपनाइए। फिर करिए कि मंगना की चाहिए है, पूर्ण सतगुरु कोलों। कहते सतगुरु ने भी मंगिया ना, तू प्रभ दाता दान मत पूरा,
हम थारे पेखारी जियो, मैं क्या मांगा कि स्थिर न रहाई हर दीजै नाम प्यारी जियो। नाम दी दात जिस वेले मंग लेंगे दुनियावी दातां ते झोली च आ जांदियां ने, पर सच्ची भावना दे नाल जुड़ के जिस वेले नाम दी दात दाते नूं ही मंग लवांगे होवेगा कि होर कोई तंग रह ही नहीं जाएगी। किसी फर्नीचर नूं गड्डी मोटर कार नूं खरीदना होवे ना, किसी शॉप तो खरीद सकते हो सत संगत जी, पर किसी शॉपकीपर नूं यह कह दो कि मैनूं अंदर दा सुख दे दे, वो दुकानदार भी कह देगा ये मेरी दुकान उत्ते नहीं मिलता, ये तो गुरु साधु की शरण दे विच जाके ही जब उत्थे तुसी बंदगी करोगे सच्ची भावना दे नाल सिमरन करोगे तां ही ये आनंद की प्राप्ति हो सकती है। जहाने गमो देश में सुकूने दिल ढूंढने वाले, यहाँ हर चीज मिलती है सुकूने दिल नहीं मिलता, यहाँ हर चीज मिलती है सुकूने दिल नहीं मिलता। दुनियावी तौर पर तुसी फिर लाओगे तो बड़ियां चीज़ां हासिल कर लाओगे, पर अंदर की शांति जो है वो संसार में फिर के नहीं मिलेगी। अंदर की शांति उस आनंद रूपी गुरु नूं मिल के उस आनंद नूं प्राप्त जे करना है तो उस गुरबाणी नूं अपने हृदय च वसा के उस आनंद की प्राप्ति तुसी कर सकते हो। संग आया सी गुरु नानक देव पातशाह जी दे कोल, किसी नूं जमीन जायदाद की लोड़ सी, किसी नूं हीरे जवाहरात चाहिए सन, किसी नूं धन दौलत चाहिए सी, किसी नूं होर दुनियावी इच्छावां सन। सतगुरु जी ने भी भंडारे खोल दिते। सतगुर पूरा शाह है तरभवन जगदस दामन जारा, रतन पदार्थ बेशुमार भाओ भगत लख भरे भंडारा, लखमियां लख गोलियां पारस दे परबत उमारा, पार जात लख बाग विच कामदेन दे वग हजारा। इत्थे किसी गल दा घाटा है? सतगुरु जी ने सारियां बख्शिशां कर दित्तियां, पर भाई लहणा जी उत्थे टिक गए, जिन्हां दी इच्छा पूरी हो गई वो चले गए। बहुतायत लोग ऐसा ही करते हैं कि जब दात मिल जाए ना, जब तक दात ना मिले उदों तक तो गुरु नूं याद रखना है, पर जिस वेले दात झोली च पै जाती है देण वाले नूं ही असीं भुल जाते हैं। संग आया सी, इच्छा पूरी हो गई, चले गए, पर भाई लहणा जी आए सन, वो नहीं गए। उन्हां दी इच्छा पूरी होण लगियां लगातार 7 साल का समा लग गया। बल्कि इउं जाणो अपनी इच्छा लैके ही नहीं सी आए, इच्छा नूं मार के आए सी। गुरु दा होण लई आए सी, गुरु दी मत लैण लई आए सी, अपनी मत पिछा छड़ के आए सी। तां ही तां तुसीं वेखो ना इतिहासकार लिखदे ने कि भावें चिट्टे कपड़े पाए होए सन, पर जे सतगुरु जी ने कह दिता कि बर्तन कढ़ना है तो चिट्टे कपड़ियां की परवाह नहीं की है, उस चिक्कड़ विचों बर्तन कढ़ के लैके आ गए। गल चली मुरदार खान दी, हाथ जोड़ के कहन लगा पातशाह जी जिस तरह भी आप जी हुक्म करो, सिर वालों खावां या पैरों वालों। करड़ी परख होई है, इउं ही नहीं गुरगद्दी का मालक बना दिता गया। गुरगद्दी का मालक उही बन सकता जो ये योग होवे, ये कोई आम राजगद्दी नहीं। लोगों ने तो कह दिता सी सतगुरु जी तुहाडे भी पुत्र ने श्री चंद जी लक्ष्मी चंद जी, अगे चल के इस गद्दी का मालक उन्होंने बनाना चाहिए, वह हकदार ने। पर याद रखना सत संगत जी, दात जोत खसमै वडियाई गुरबाणी की पंक्ति है, जिसनों वो बख्शण ते आवे, जिन्हों वो नदरे इनायत करन ते आवे, गुरगद्दी का मालक वो बन सकता है, इस जोत का मालक वो बन सकता है जो अपनी हौमै नूं त्याग देवे, अपनी सियाणप नूं छड़ के आ जावे। जे पुछ लिया भाई लहणा जी तो, भाई लहणा जी रात कितनी लंघ गई है, ते हाथ जोड़ के कह दिता पातशाह जी जितनी क लंघी आप जी का कोटान कोट शुक्र है, जितनी क बच गई है आप जी की कृपा दे नाल वो भी निकल जाएगी। जवाब नहीं दिता, सामने अपने सियाणप का प्रगटावा नहीं किया। भगत का गुण की है? कह दिता गया ना, ताण हुंदे होए ने ताण, मान हुंदे होए ने मान, अण हुंदे अपना कोई ऐसा भगत सदा, मत हुंदे होए इयाणा, मत होवे भी तां भी इयाणा वांग बन के अपने गुरु के चरणों में रह के उहो जे हुक्म की पालना करे, वो है असल भगत।
ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਵੀ ਉਹੀ ਕੁਝ ਕੀਤਾ। ਜੇ ਕਹਿ ਦਿੱਤਾ ਭਾਈ ਲੈਣੇ ਆ ਦਰਖਤ ਨੂੰ ਹਿਲਾਓ ਮਠਾਈਆਂ ਡਿੱਗਣਗੀਆਂ, ਤੇ ਪਿੱਛੋਂ ਆਵਾਜ਼ ਆਈ ਸੀ, ਉਦੋਂ ਹੀ ਤੁਰਨ ਲੱਗੇ ਸਨ। ਕਹਿ ਦਿੱਤਾ ਭੋਲਿਆ ਪੁਰਖਾ ਤੈਨੂੰ ਪਤਾ ਨਹੀਂ ਹੈ ਦਰਖਤਾਂ ਨੂੰ ਹਿਲਾਇਆ ਵੀ ਕਦੀ ਮਠਾਈਆਂ ਡਿੱਗੀਆਂ ਨੇ? ਕਹਿਣ ਲੱਗੇ ਨਾ ਹਿਲਣ, ਮੇਰੇ ਸਤਿਗੁਰੂ ਨੇ ਹੁਕਮ ਕੀਤਾ ਹੈ, ਤੇ ਜਿੱਥੇ ਮੇਰੇ ਗੁਰੂ ਦੀ ਮੱਤ ਆ ਜਾਂਦੀ ਹੈ ਨਾ ਉੱਥੇ ਮੇਰੀ ਮੱਤ ਕਿਤੇ ਰਹਿ ਹੀ ਨਹੀਂ ਜਾਂਦੀ ਹੈ। ਮੇਰੀ ਆਪਣੀ ਸਿਆਣਪ ਮੈਂ ਬਿਲਕੁਲ ਨਹੀਂ ਵਰਤਣੀ ਹੈ, ਕਿਉਂਕਿ ਮੇਰੇ ਗੁਰੂ ਨੇ ਕਿਹਾ ਹੈ, ਉਹਦਾ ਹੁਕਮ ਹੈ। ਸਤਿਗੁਰ ਕਿਹਾ ਸਾਕਾਰ ਕਮਾ। ਮੈਂ ਤਾਂ ਇਹੀ ਧਾਰ ਕੇ ਚੱਲੇ ਆ, ਗੁਰਬਾਣੀ ਨੂੰ ਗੁਰੂ ਦੇ ਹੁਕਮ ਨੂੰ ਕਮਾਉਣਾ ਹੈ। ਤੇ ਤੁਸੀਂ ਵੇਖੋ ਸਤ ਸੰਗਤ ਜੀ, ਔਰ ਉਹੀ ਗੱਲ ਬਣੀ ਜਦ ਉਹ ਨਿਮਰਤਾ ਦੀ ਹੱਦ ਵੇਖ ਲਈ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਫੈਸਲਾ ਕਰ ਲਿਆ ਸੀ ਕਿ ਗੁਰਗੱਦੀ ਦੇ ਮਾਲਕ ਬਣਨ ਦੇ ਯੋਗ ਨੇ। ਸਵਾਲ ਕੀਤਾ, ਭਾਈ ਲੈਣਿਆ ਨਿਗਾਹ ਮਾਰ ਕੇ ਵੇਖ, ਤੇਰੇ ਤੋਂ ਇਲਾਵਾ ਹੋਰ ਕੋਈ ਰਹਿ ਗਿਆ? ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜੀ ਨਹੀਂ, ਹੋਰ ਕੋਈ ਨਹੀਂ ਰਹਿ ਗਿਆ, ਸਾਰੇ ਹੀ ਚਲੇ ਗਏ ਨੇ। ਕ੍ਰੋਧ ਵਿੱਚ ਆ ਗਏ ਸਨ ਇੱਕ ਵਾਰੀ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮੈਂ ਵੀ ਇੱਕ ਪਾਸੇ ਹੋ ਗਿਆ ਸੀ ਜਦ ਇਹ ਸਵਾਲ ਕੀਤਾ ਸੀ ਭਾਈ ਲਹਿਣਾ ਜੀ ਤੋਂ। ਤੇ ਕਹਿਣ ਲੱਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜੇ ਸਾਰਾ ਹੀ ਸੰਗ ਚਲਾ ਗਿਆ, ਤੇਰੇ ਸਾਥੀ ਚਲੇ ਗਏ ਨੇ, ਤੇ ਫਿਰ ਤੂੰ ਕਿਉਂ ਇੱਥੇ ਰਹਿ ਗਿਆ? ਤੂੰ ਵੀ ਜਾ। ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜੀ ਮੈਂ ਜਾਵਾਂ ਕਿੱਥੇ? ਤੁਹਾਡੇ ਤੋਂ ਇਲਾਵਾ ਕੋਈ ਐਸਾ ਟਿਕਾਣਾ ਹੋਵੇ ਇਸ ਦੁਨੀਆ ਦੇ ਵਿੱਚ ਤਾਂ ਤੇ ਮੈਂ ਚਲਾ ਜਾਵਾਂ ਨਾ। ਕੋਈ ਇਸ ਸੰਸਾਰ ਦੇ ਵਿੱਚ ਇਹੋ ਜਿਹਾ ਟਿਕਾਣਾ ਨਜ਼ਰ ਨਹੀਂ ਆਉਂਦਾ। ਕਹਿਣ ਲੱਗੇ, ਵੇਖ ਸੱਚ ਕਹਿ ਰਹੇ ਆ, ਕਰੜੀ ਪਰਖ ਹੋਵੇਗੀ। ਕਹਿਣ ਲੱਗੇ, ਪਾਤਸ਼ਾਹ ਜੀ ਜਿਸ ਤਰ੍ਹਾਂ ਵੀ ਆਪ ਜੀ ਹੁਕਮ ਕਰੋ। ਹੁਣ ਮੈਂ ਤੁਹਾਡੇ ਦਰ ਦਾ ਦਾਸ ਹੋ ਗਿਆ, ਤੁਹਾਡੇ ਚਰਨਾਂ ਦਾ ਭੌਰਾ ਬਣ ਗਿਆ। ਜਿਸ ਤਰ੍ਹਾਂ ਚਾਹੋ ਤੁਸੀਂ ਇਹ ਜਿੰਦ ਜਾਨ ਨੂੰ ਵਰਤ ਲਓ। ਤੇ ਫੇਰ ਸਵਾਲ ਕੀਤਾ, ਵੇਖ ਸੱਚ ਕਹਿ ਰਹੇ ਆ, ਮੇਰੇ ਤੋਂ ਇਲਾਵਾ ਹੋਰ ਕੋਈ ਟਿਕਾਣਾ ਨਹੀਂ? ਅੱਖਾਂ 'ਚ ਅਥਰੂ ਆ ਗਏ ਤੇ ਕਹਿਣ ਲੱਗੇ, ਵਾਕਈ ਪਾਤਸ਼ਾਹ ਜੀ ਸੱਚ ਕਹਿ ਰਹੇ, ਤੁਹਾਡੇ ਤੋਂ ਇਲਾਵਾ ਹੋਰ ਕੋਈ ਟਿਕਾਣਾ ਨਹੀਂ। ਤੇ ਉਦੋਂ ਫਿਰ ਜਵਾਬ ਦਿੱਤਾ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿ ਭਾਈ ਲਹਿਣਿਆ, ਜੇ ਮੇਰੇ ਤੋਂ ਇਲਾਵਾ ਤੇਰਾ ਕੋਈ ਟਿਕਾਣਾ ਨਹੀਂ ਨਾ, ਤੇ ਹੁਣ ਮੈਂ ਤੈਨੂੰ ਦੱਸ ਦਿਆਂ, ਤੇਰੇ ਤੋਂ ਇਲਾਵਾ ਮੇਰਾ ਵੀ ਕੋਈ ਟਿਕਾਣਾ ਨਹੀਂ। ਤੇਰੇ ਤੋਂ ਇਲਾਵਾ ਮੇਰਾ ਵੀ ਕੋਈ ਟਿਕਾਣਾ ਨਹੀਂ। 7 ਸਾਲ ਦਾ ਸਮਾਂ ਸਤ ਸੰਗਤ ਜੀ ਲੰਘ ਗਿਆ ਸੀ ਸੇਵਾ ਕਰਦਿਆਂ ਹੋਇਆਂ, ਉਹ ਕਟਨ ਘਾਲਣਾ ਘਾਲਦਿਆਂ ਹੋਇਆਂ। ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਹਿਣਾ, ਜੋ ਗੁਰ ਕਹੈ ਸੋਈ ਪਲ ਮਨ, ਹਰ ਹਰ ਕਥਾ ਨਿਰਾਲੀ। ਵਚਨ ਤੇ ਇਹੀ ਹੈ ਨਾ ਸਤ ਸੰਗਤ ਜੀ, ਜੋ ਗੁਰੂ ਨੇ ਕਹਿਣਾ ਉਹੀ ਹੁਕਮ ਮੰਨਣਾ। ਔਰ ਯਾਦ ਰੱਖਣਾ, ਜੀਵਨ ਦੇ ਵਿੱਚ ਕਾਮਯਾਬੀ ਵੀ ਉਹਨੂੰ ਹੀ ਮਿਲੇਗੀ, ਜੀਵਨ ਮੁਕਤ ਵੀ ਉਹੀ ਹੋ ਸਕਦਾ ਜੋ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਚੱਲੇ। ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਹੁਣ 2 ਪ੍ਰਕਾਰ ਦੀਆਂ ਮੁਕਤੀਆਂ ਮੰਨੀਆਂ ਜਾਂਦੀਆਂ ਨੇ। ਇੱਕ ਹੁੰਦੀ ਹੈ ਡੈਥ ਲਿਬਰੇਸ਼ਨ, ਇੱਕ ਹੁੰਦੀ ਹੈ ਲਾਈਫ ਲਿਬਰੇਸ਼ਨ, ਮਰਨ ਮੁਕਤੀ ਔਰ ਜੀਵਨ ਮੁਕਤੀ। ਮਰਨ ਮੁਕਤੀ ਬਾਰੇ ਲੋਕਾਂ ਨੂੰ ਇਹ ਖਿਆਲ ਦਿੱਤਾ ਜਾਂਦਾ ਹੈ ਕਿ ਜੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਬੰਦੇ ਨੂੰ ਚਿੰਤਾ ਫਿਕਰ ਹੁੰਦੀ ਹੈ ਕਿ ਗੱਡੀ 'ਚ ਪੈਟਰੋਲ ਕੌਣ ਭਰਵਾਵੇਗਾ, ਮੇਰੀ ਇੰਸਟਾਲਮੈਂਟਸ ਕੌਣ ਤਾਰੇਗਾ, ਮੇਰੇ ਬੱਚਿਆਂ ਨੂੰ ਕੌਣ ਪਾਲੇਗਾ, ਉਹਨਾਂ ਦੀ ਪੜ੍ਹਾਈ ਲਿਖਾਈ ਕਿਸ ਤਰ੍ਹਾਂ ਹੋਵੇਗੀ, ਮਾਂ-ਬਾਪ ਦੀ ਸੇਵਾ ਕਿਸ ਤਰ੍ਹਾਂ ਕਰਾਂਗਾ। ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਨਾ ਬੰਦੇ ਨੂੰ ਇਹ ਚਿੰਤਾ ਫਿਕਰਾਂ ਹੁੰਦੀਆਂ ਨੇ। ਔਰ ਜਦ ਮਰ ਜਾਂਦਾ ਹੈ, ਜਦ ਚਲਾਣਾ ਕਰ ਜਾਂਦਾ ਹੈ, ਲੋਕ ਕਹਿ ਦਿੰਦੇ ਨੇ ਜੀ ਬੜਾ ਪਰੇਸ਼ਾਨ ਸੀ, ਹੁਣ ਜਦ ਚਲਾ ਗਿਆ, ਚਲਾਣਾ ਕਰ ਗਿਆ ਜੀ, ਮਰਨ ਮੁਕਤ ਹੋ ਗਿਆ। ਹੁਣ ਸਤ ਸੰਗਤ ਜੀ ਮਰਨ ਮੁਕਤ ਤਾਂ ਆਪੇ ਹੀ ਹੋ ਗਿਆ। ਐਸੀ ਕੋਈ ਚਿੰਤਾ ਵਾਲੀ ਗੱਲ ਨਾ ਰੱਖਿਓ ਮਰਨ ਤੋਂ ਬਾਅਦ ਸਾਨੂੰ ਮੁਕਤੀ ਮਿਲੇਗੀ ਜਾਂ ਨਹੀਂ ਮਿਲੇਗੀ। ਉਹ ਜੋ ਮੁਕਤੀ ਹੈ ਸਾਨੂੰ ਮਿਲ ਜਾਣੀ ਹੈ। ਜ਼ਰੂਰਤ ਹੈ ਸਾਨੂੰ ਜੀਵਨ ਮੁਕਤੀ ਦੀ, ਲਾਈਫ ਲਿਬਰੇਸ਼ਨ ਦੀ। 1430 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਕਿਤੇ ਵੀ ਪੂਰੀ ਬਾਣੀ ਤੁਸੀਂ ਪੜ੍ਹ ਲਓ, 1430 ਅੰਗ ਦੇ ਵਿੱਚ ਕਿਤੇ ਵੀ ਮਰਨ ਮੁਕਤੀ ਦੀ ਗੱਲ ਨਹੀਂ ਕੀਤੀ ਗਈ ਹੈ। ਇੱਥੇ ਕੇਵਲ ਜੀਵਨ ਮੁਕਤੀ ਦੀ ਗੱਲ ਕੀਤੀ ਗਈ ਹੈ, ਲਾਈਫ ਲਿਬਰੇਸ਼ਨ ਦੀ। ਜੇ ਲਾਈਫ ਲਿਬਰੇਸ਼ਨ ਲੈਣੀ ਹੈ ਤੇ ਸਤਿਗੁਰੂ ਜੀ ਕਹਿੰਦੇ ਜੀਵਨ ਮੁਕਤੀ ਦੀ ਲਾਈਨ ਦੇ ਵਿੱਚ ਖੜਾ ਹੋਣਾ ਚਾਹੁੰਦਾ ਨਾ ਗੁਰੂ ਕੇ ਸਿੱਖਾ, ਤੇ ਵੇਖ ਆਪਣੇ ਫਰਜ਼ਾਂ ਦੀ ਪੰਡ ਗੁਰੂ ਅੱਗੇ ਰੱਖ ਦੇ। ਉਹ ਚਿੰਤਾ ਫਿਕਰਾਂ ਦੀ ਪੰਡ ਜਿਸ ਵੇਲੇ ਅਸੀਂ ਗੁਰੂ ਅੱਗੇ ਰੱਖ ਦਿਆਂਗੇ ਤੇ ਕਹਿ ਦਿਆਂਗੇ ਕਿ ਪ੍ਰਮਾਤਮਾ ਹੁਣ ਨਾ ਮੇਰਾ ਕੋਈ ਨਾਮ ਹੈ, ਨਾ ਮੇਰਾ ਕੋਈ ਕੰਮ ਹੈ, ਨਾ ਮੇਰੀ ਮਰਜ਼ੀ ਵਰਤੀ ਜਾਣੀ ਹੈ ਤੇ ਨਾ ਮੇਰੀ ਮਰਜ਼ੀ ਚੱਲਣੀ ਹੈ। ਹੁਣ ਤੂੰ ਹੈ ਦੁੱਖ ਦੇ ਜਾਂ ਸੁੱਖ ਦੇ,
ਹੁਣ ਭੁੱਖਾ ਰੱਖੇ ਜਾਂ ਰਜਾ ਕੇ ਰੱਖੇ ਰਾਜ ਦੇ ਤਾਂ ਕਮਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਉਦੋਂ ਅਸੀਂ ਜੀਵਨ ਮੁਕਤੀ ਦੀ ਲਾਈਨ ਦੇ ਵਿੱਚ ਖੜੇ ਹੋ ਜਾਂਦੇ ਹਾਂ, ਉਸ ਲਾਈਫ ਲਿਬਰੇਸ਼ਨ ਦੀ ਲਾਈਨ ਦੇ ਵਿੱਚ ਖੜੇ ਹੋ ਜਾਂਦੇ ਹਾਂ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਵੀ ਇਹੀ ਕੁਝ ਕੀਤਾ। ਕਹਿਣ ਲੱਗੇ ਪਾਤਸ਼ਾਹ ਜੀ ਤੁਹਾਡੇ ਤੋਂ ਇਲਾਵਾ ਹੋਰ ਕੋਈ ਟਿਕਾਣਾ ਹੀ ਨਹੀਂ ਆ। ਹਾਲਾਂਕਿ ਕਾਰੋਬਾਰ ਸੀ, ਸਭ ਕੁਝ ਹੀ ਛੱਡ ਕੇ ਆ ਗਏ ਸਨ, ਕਿਉਂਕਿ ਜੀਵਨ ਮੁਕਤੀ ਦੀ ਪ੍ਰਾਪਤ ਕਰਨੀ ਸੀ, ਉਹ ਬਖਸ਼ਿਸ਼ਾਂ ਲੈਣੀਆਂ ਸਨ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ ਕਿ ਭਾਈ ਲਹਿਣਿਆ, ਜੇ ਮੇਰੇ ਤੋਂ ਇਲਾਵਾ ਤੇਰਾ ਕੋਈ ਟਿਕਾਣਾ ਨਹੀਂ ਤੇ ਤੇਰੇ ਤੋਂ ਇਲਾਵਾ ਫਿਰ ਮੇਰਾ ਵੀ ਕੋਈ ਟਿਕਾਣਾ ਨਹੀਂ। There are number of hearts I've seen in this world। ਅਨੇਕ ਹਿਰਦੇ ਸੰਸਾਰ ਦੇ ਵਿੱਚ ਵੇਖੇ ਨੇ। ਕਿਸੇ ਹਿਰਦੇ ਦੇ ਵਿੱਚ ਪੁੱਤਰ ਬੈਠਾ ਹੋਇਆ, ਔਲਾਦ ਬੈਠੀ ਹੈ, ਕਿਸੇ ਹਿਰਦੇ ਦੇ ਵਿੱਚ ਇਸਤਰੀ ਬੈਠੀ ਹੈ, ਕਿਸੇ ਹਿਰਦੇ ਦੇ ਵਿੱਚ ਧਨ ਦੌਲਤ ਹੈ, ਕਾਰੋਬਾਰ ਹੈ। ਇੱਥੇ ਤੱਕ ਕਿ ਕਿਸੇ ਕਿਸੇ ਹਿਰਦੇ ਦੇ ਵਿੱਚ ਮੈਂ ਦੁਸ਼ਮਣ ਤੱਕ ਬੈਠਿਆ ਹੋਇਆ ਵੇਖਿਆ। ਕਈ ਵਾਰੀ ਹੁੰਦਾ ਕੀ ਹੈ ਨਾ, ਦੁਸ਼ਮਣ ਕਿਸ ਤਰ੍ਹਾਂ ਬੈਠਿਆ ਹੁੰਦਾ ਹੈ, ਹਮੇਸ਼ਾ ਆਪਣੇ ਕਿਸੇ ਐਨੀਮੀ ਨੂੰ, ਕੋਈ ਜੋ ਸਾਡੇ ਬਰਾਬਰ ਦੀ ਪੋਜੀਸ਼ਨ ਤੇ ਹੈ। ਕਈ ਐਸੇ ਮਨੁੱਖ ਵੇਖੇ ਜਾਂਦੇ ਨੇ, ਉਹਨਾਂ ਨੇ ਆਪਣਾ ਤੇ ਸਵਾਰਨਾ ਨਹੀਂ, ਪਰ ਜਿਨ੍ਹਾਂ ਦੇ ਨਾਲ ਜਲਸੀ ਹੋਵੇਗੀ ਉਹਨਾਂ ਬਾਰੇ ਵੀ ਕਹਿਣਾ ਕਿ ਜੀ ਇਹਨੂੰ ਥੱਲੇ ਕਿਸ ਤਰ੍ਹਾਂ ਡਿਗਾਇਆ ਜਾਵੇ, ਨੀਵਾਂ ਕਿਸ ਤਰ੍ਹਾਂ ਕੀਤਾ ਜਾਵੇ, ਜਾਂ ਪਿੱਛੇ ਕਿਸ ਤਰ੍ਹਾਂ ਖਿੱਚਿਆ ਜਾਵੇ। ਇਹਦਾ ਭਾਵ ਕੀ, ਹਮੇਸ਼ਾ 24 ਘੰਟੇ ਅੰਦਰ ਦੁਸ਼ਮਣ ਹੀ ਬੈਠਾ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਦੁਨੀਆ ਦੇ ਲੋਕਾਂ ਦੇ ਵਿੱਚ, ਉਹਨਾਂ ਦੇ ਦਿਲਾਂ ਦੇ ਵਿੱਚ ਦੁਸ਼ਮਣ ਤੱਕ ਬੈਠਿਆ ਵੇਖਿਆ ਸੀ ਮੈਂ, ਪਰ ਮੈਂ ਐਸਾ ਹਿਰਦਾ ਚਾਹੁੰਦਾ ਸੀ ਜੋ ਸਾਫ਼ ਹੋਵੇ, ਖਾਲੀ ਹੋਵੇ। ਤੇ ਤੇਰਾ ਉਹ ਹਿਰਦਾ ਮੈਨੂੰ ਲੱਭ ਗਿਆ ਏ। ਤੇਰੇ ਹਿਰਦੇ ਦੇ ਵਿੱਚ ਮੈਨੂੰ ਨਜ਼ਰ ਆਉਂਦਾ, ਨਾਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਮਨ ਕਹਿਰਦਾ ਕਹਦੇ ਆ। ਜਦ ਗੁਰੂ ਕੋਲ ਆ ਜਾਂਦੇ ਆ ਨਾ, ਤੇ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਨਾ ਕੋਈ ਵੈਰੀ ਰਹਿੰਦਾ ਹੈ, ਨਾ ਕੋਈ ਦੁਸ਼ਮਣ ਰਹਿੰਦਾ ਹੈ, ਸਾਰੇ ਹੀ ਆਪਣੇ ਬਣ ਜਾਂਦੇ ਨੇ। ਤੇ ਕਹਿੰਦੇ ਮੈਂ ਤੇਰੇ ਵਿੱਚ ਹੀ ਵਸ ਜਾਂਦਾ। ਤੇ ਬਚਨ ਵੀ ਉਦੋਂ ਕਰ ਦਿੱਤਾ ਸੀ ਨਾ, ਕਹਿੰਦੇ ਬਾਬਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀ ਹੈ ਮੈਂ ਪੁਨ ਸਤਸੰਗਤ ਔਰ, ਨਿਸਦਨ ਬਸਬਾਉ ਮੈਂ ਕਰੂੰ। ਬਾਬੇ ਨੂੰ ਨਾ ਮੜੀਆਂ ਚ ਲੱਭੋ ਨਾ ਕਬਰਾਂ ਚ, ਮੇਰਾ ਠਿਕਾਣਾ ਮੈਂ ਦੱਸਦਾ ਕਿੱਥੇ ਆ। ਜੇ ਮੈਨੂੰ ਲੱਭਣਾ ਚਾਹੁੰਦੇ ਹੋ ਤੇ ਭਾਈ ਲਹਿਣਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਹਿਰਦੇ ਚ ਲੱਭੋ, ਮੈਂ ਉੱਥੇ ਹੀ ਮਿਲਾਂਗਾ। ਹੁਣ ਕਮਾਲ ਨਹੀਂ ਹੈ ਸਤ ਸੰਗਤ ਜੀ, ਸਿੱਖ ਬਣਨ ਲਈ ਆਏ ਸਨ ਭਾਈ ਲਹਿਣਾ ਜੀ, ਪਰ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨਜ਼ਰ ਇਨਾਇਤ, ਪ੍ਰਮਾਤਮਾ ਵਾਹਿਗੁਰੂ ਦੀ ਬਖਸ਼ਿਸ਼ ਕਿ ਭਾਈ ਲਹਿਣਾ ਨੂੰ ਪਾਤਸ਼ਾਹ ਹੀ ਬਣਾ ਦਿੱਤਾ ਹੈ। ਬਾਦਸ਼ਾਹ ਇੱਕ ਹੁੰਦਾ ਹੈ, ਪਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਪਾਤਸ਼ਾਹ ਬਣਾ ਦਿੱਤਾ। ਰਹਿਮਤਾਂ ਦਾ ਪਾਤਸ਼ਾਹ, ਬਖਸ਼ਿਸ਼ਾਂ ਦਾ, ਨਜ਼ਰ ਇਨਾਇਤ ਦਾ ਉਹ ਮਾਲਕ ਬਣਾ ਦਿੱਤਾ ਹੈ ਕਿ ਜਿਸ ਨੂੰ ਵੀ ਕਿਰਪਾ ਰੂਪੀ ਨਿਗਾਹ ਦੇ ਨਾਲ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੱਕ ਲੈਂਦੇ ਸਨ, ਉਹਦੇ ਸਾਰੇ ਰੋਗ, ਸਾਰੇ ਦੁੱਖ ਦੂਰ ਹੋ ਜਾਂਦੇ ਸਨ। ਸੋ ਕਹਿਣ ਦਾ ਭਾਵ ਸਤ ਸੰਗਤ ਜੀ, ਤੁਸੀਂ ਵੇਖੋ ਨਾ, ਪੂਰਨ ਸਤਿਗੁਰੂ ਐਸਾ ਹੀ ਹੁੰਦਾ, ਪ੍ਰਮਾਤਮਾ ਐਸਾ ਹੀ ਹੈ। ਅੱਜ ਕੇਵਲ ਜੀਵਨ ਇਤਿਹਾਸ ਸੁਣ ਕੇ ਹੀ ਨਾ ਚਲੇ ਜਾਈਏ, ਉਸ ਜੀਵਨ ਇਤਿਹਾਸ ਨੂੰ ਆਪਣੇ ਹਿਰਦੇ 'ਚ ਵਸਾਈਏ, ਆਪਣੇ ਜੀਵਨ ਦੇ ਵਿੱਚ ਵੀ ਢਾਲੀਏ, ਕਿਉਂਕਿ ਸ਼ਬਦ ਇਹੀ ਆ। ਜਿਸ ਤਰ੍ਹਾਂ ਭਾਈ ਲਹਿਣਾ ਜੀ ਨੇ ਸਿੱਖ ਬਣਨ ਲਈ ਆਏ ਸਨ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼, ਕਹਿੰਦੇ ਮੈਂ ਤੇਰੇ ਵਿੱਚ ਵਸ ਜਾਂਦਾ ਹਾਂ, ਆਪਣਾ ਰੂਪ ਹੀ ਦੇ ਦਿੱਤਾ। ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਜੋਤ ਉਹੀ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵਿੱਚ ਵਰਤ ਰਹੀ ਸੀ, ਪਰ ਉਹੀ ਜੋਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਭਾਈ ਲਹਿਣਾ ਦੇ ਵਿੱਚ ਟਿਕਾ ਕੇ ਸਿੱਖਾਂ ਦੀ ਅਗਵਾਈ ਦੇ ਲਈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਹਿ ਦਿੱਤਾ ਕਿ ਅੱਜ ਦਿਨ ਤੋਂ ਬਾਅਦ ਇਹ ਗੁਰੂ ਨੇ ਸਿੱਖਾਂ ਦੀ ਅਗਵਾਈ ਦੇ ਲਈ, ਸਿੱਖਾਂ ਦੀ ਅਗਵਾਈ ਇਹ ਕਰਨਗੇ। ਕੀ ਇਹ ਸਾਡੇ ਉੱਤੇ ਬਖਸ਼ਿਸ਼ ਨਹੀਂ ਹੋ ਸਕਦੀ? ਨਹੀਂ, ਭਲੇ ਹੋ ਸਕਦੀ ਹੈ, ਪਰ ਪਛਾਣੀਏ ਤਾਂ ਸਹੀ। ਕਹਿ ਦਿੱਤਾ ਗਿਆ ਨਾ, ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ। ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੇ ਹੀ ਜਾਣਿਆ ਕਿ ਪ੍ਰਮਾਤਮਾ ਵਾਹਿਗੁਰੂ ਦਾ ਜੋ ਅਸਲ ਘਰ ਹੈ ਨਾ, ਉਹ ਸਾਡਾ ਹਿਰਦਾ ਹੈ। ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਯਾਦ ਰੱਖਣਾ, ਕਿਸੇ ਵੀ ਧਰਮ ਸਥਾਨ ਤੇ, ਕਿਸੇ ਵੀ ਮੰਦਿਰ ਦੇ ਵਿੱਚ, ਕਿਸੇ ਮਸਜਿਦ ਦੇ ਵਿੱਚ, ਕਿਸੇ ਚਰਚ ਦੇ ਵਿੱਚ
ਈਵਨ ਕਿਸੇ ਗੁਰਦੁਆਰੇ ਦੇ ਵਿੱਚ ਪਰਮਾਤਮਾ ਮੌਜੂਦ ਨਹੀਂ ਹੈ। ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਔਰ ਪੂਰੀ ਗੱਲ ਸੁਣਿਓ। ਅਸੀਂ ਕਈ ਵਾਰੀ ਆਉਂਦੇ ਹਾਂ ਕਿ ਪਰਮਾਤਮਾ ਸਾਨੂੰ ਮਿਲੇ, ਪਰ ਪਰਮਾਤਮਾ ਕਿਸੇ ਧਰਮ ਸਥਾਨ ਤੇ ਮੌਜੂਦ ਨਹੀਂ, ਕਿਸੇ ਇੱਕ ਪਰਟੀਕੂਲਰ ਜਗ੍ਹਾ ਤੇ ਮੌਜੂਦ ਨਹੀਂ ਹੈ। ਹਾਂ, ਧਰਮ ਸਥਾਨ ਬਣਾਏ ਕਿਉਂ ਗਏ ਨੇ? ਇਹ ਇੱਟਾਂ ਪੱਥਰਾਂ ਦਾ ਮਾਰਬਲ ਲਾ ਕੇ ਇਹ ਬਿਲਡਿੰਗ ਖੜੀ ਕਰ ਦਿੱਤੀ ਜਾਂਦੀ ਹੈ, ਨਾਮ ਦੇ ਦਿੱਤਾ ਜਾਂਦਾ ਮੰਦਿਰ ਹੈ, ਜਾਂ ਗੁਰਦੁਆਰਾ ਸਿੰਘ ਸਭਾ ਸ਼ਕੂਰਪੁਰ ਬਸਤੀ ਹੈ, ਜਾਂ ਗੁਰਦੁਆਰਾ ਬੰਗਲਾ ਸਾਹਿਬ ਹੈ, ਗੁਰਦੁਆਰਾ ਸੀਸਗੰਜ ਸਾਹਿਬ ਹੈ, ਬਾਲਾ ਸਾਹਿਬ ਹੈ, ਗੁਰਦੁਆਰਾ ਦਮਦਮਾ ਸਾਹਿਬ ਹੈ। ਪਰਮਾਤਮਾ ਉੱਥੇ ਮੌਜੂਦ ਨਹੀਂ। ਹਾਂ, ਬਣਾਇਆ ਇਸ ਕਰਕੇ ਗਿਆ ਏ ਕਿ ਉਸ ਜਗ੍ਹਾ ਜਾ ਕੇ ਤੁਸੀਂ ਸੰਗਤ ਦੇ ਵਿੱਚ ਬੈਠ ਕੇ, ਭਾਵੇਂ ਕਿਸੇ ਮੰਦਿਰ ਦੇ ਵਿੱਚ ਜਾ ਰਹੇ ਹੋ, ਕਿਸੇ ਮਸਜਿਦ ਦੇ ਵਿੱਚ ਜਾ ਰਹੇ ਹੋ, ਉੱਥੇ ਬੈਠ ਕੇ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਦੇ ਨਾਲ ਜੁੜ ਜਾਓ। ਉਸ ਗੁਣਾਂ ਦੀ ਸਾਂਝ ਜਿਸ ਵੇਲੇ ਇੱਕ ਦੂਜੇ ਦੇ ਨਾਲ ਕਰੋਗੇ ਨਾ, ਸਾਂਝ ਕਰੀ ਜਾ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ। ਜਦ ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੀ ਵਿਚਾਰ ਇੱਕ ਦੂਜੇ ਦੇ ਨਾਲ ਤੁਸੀਂ ਕਰੋਗੇ, ਹੋਵੇਗਾ ਕਿ ਪਰਮਾਤਮਾ ਵਾਹਿਗੁਰੂ ਦੇ ਰਹਿਣ ਲਾਇਕ ਤੁਹਾਡਾ ਘਰ ਬਣ ਜਾਵੇਗਾ। ਕਿਉਂਕਿ ਜੋ ਪਰਮਾਤਮਾ ਵਾਹਿਗੁਰੂ ਦਾ ਘਰ ਹੈ ਉਹ ਹੈ ਤੁਹਾਡਾ ਹਿਰਦਾ, ਤੁਹਾਡਾ ਮਨ। ਰੱਬ ਕਿਸੇ ਪਰਟੀਕੂਲਰ ਪਲੇਸ ਤੇ ਜਾਂ ਕਿਸੇ ਧਰਮ ਸਥਾਨ ਤੇ ਮੌਜੂਦ ਨਹੀਂ ਹੈ। ਤਾਂ ਹੀ ਤਾਂ ਕਹਿ ਦਿੱਤਾ ਗਿਆ ਨਾ, ਜੇ ਇੱਕ ਥਾਂ ਤੇ ਮੌਜੂਦ ਹੁੰਦਾ ਤੇ ਬੜੇ ਕਮਾਲ ਦੇ ਸਪਸ਼ਟ ਲਫ਼ਜ਼ ਕਹਿ ਦਿੱਤੇ ਗਏ ਗੁਰਬਾਣੀ ਦੇ ਵਿੱਚ, ਸਾਨੂੰ ਸਮਝਾ ਦਿੱਤਾ ਗਿਆ। ਕਹਿੰਦੇ ਲੋਕ ਤੁਰ ਰਹੇ ਸਨ, ਧਰਮੀ ਲੋਕਾਂ ਨੇ, ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕਾਂ ਨੇ ਕਹਿ ਦਿੱਤਾ ਕਿ ਇਹ ਧਰਮ ਸਥਾਨ ਹੈ ਜਿੱਥੇ ਪਰਮਾਤਮਾ ਹੈ, ਤੁਸੀਂ ਇੱਥੇ ਆਓ, ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰੋ। ਤੇ ਲੋਕਾਂ ਨੂੰ ਵੇਖ ਕੇ ਮੈਂ ਵੀ ਤੁਰ ਪਿਆ, ਤੇ ਜਦ ਤੁਰਿਆ ਤੇ ਬੜੀ ਅਜੀਬ ਘਟਨਾ ਵਾਪਰ ਗਈ। ਰੱਬ ਮੈਨੂੰ ਪਰਮਾਤਮਾ ਵਾਹਿਗੁਰੂ ਵਿੱਚ ਹੀ ਮਿਲ ਪਿਆ। ਮੈਂ ਤਾਂ ਗਿਆ ਸੀ ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾ। ਬੜੀ ਕਮਾਲ ਦੀ ਗੱਲ ਹੋ ਗਈ। ਮੈਨੂੰ ਤਾਂ ਕਿਸੇ ਨੇ ਦੱਸਿਆ ਸੀ ਕਿ ਪ੍ਰਮਾਤਮਾ ਫਲਾਣੀ ਜਗ੍ਹਾ ਤੇ ਹੈ ਤੇ ਮੈਂ ਉੱਥੇ ਹੀ ਜਾ ਰਿਹਾ ਸੀ, ਪਰ ਮੈਨੂੰ ਤਾਂ ਪ੍ਰਮਾਤਮਾ ਵਿੱਚ ਮਿਲ ਪਿਆ। ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ। ਤੇ ਉਹ ਮੇਰੇ ਨਾਲ ਨਾਰਾਜ਼ ਹੋ ਗਿਆ, ਲੜ ਪਿਆ। ਸਾਈਂ ਮੁੱਸੋਂ ਲੜ ਪੜਿਆ, ਤੁਝ ਕਿਨ ਫਰਮਾਈਗਾ। ਕਹਿੰਦੇ ਤੈਨੂੰ ਕਿਸ ਨੇ ਦੱਸ ਦਿੱਤਾ ਮੈਂ ਫਲਾਣੀ ਜਗ੍ਹਾ ਤੇ ਹੀ ਮੌਜੂਦ ਹਾਂ? ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਧਰਮ ਸਥਾਨ ਤੇ ਨਹੀਂ ਜਾਣਾ ਚਾਹੀਦਾ ਜਾਂ ਗੁਰਦੁਆਰੇ ਨਹੀਂ ਜਾਣਾ ਚਾਹੀਦਾ। ਨਹੀਂ, ਇਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਇਸ ਕਰਕੇ ਕਰਨੀ ਹੈ। ਇੱਥੇ ਆ ਕੇ ਤੁਸੀਂ ਜੇ ਝਾੜੂ ਪੋਛੇ ਦੀ ਸੇਵਾ ਕਰਦੇ ਹੋ, ਝੂਠੇ ਭਾਂਡੇ ਮਾਂਜਦੇ ਹੋ, ਜੇ ਤੁਹਾਡਾ ਮਨ ਪਵਿੱਤਰ ਹੈ ਨਾ, ਸੇਵਾ ਕਰ ਰਹੇ ਹੋ, ਪਰ ਯਤਨ ਕਰੋ ਅੰਦਰ ਨੂੰ ਵੀ ਆਪਣੇ ਸਾਫ਼ ਕਰੋ। ਉਸ ਮਨ ਨੂੰ ਵੀ, ਕਈ ਵਾਰੀ ਤਨ ਤੇ ਲੈ ਕੇ ਆਉਂਦੇ ਆ, ਮਨ ਨੂੰ ਵੀ ਗੁਰੂ ਨੂੰ ਅਰਪਣ ਕਰਦੀ ਹੈ। ਮਨ ਮੰਦਰ ਧਨ ਵੇਚ ਕਲੰਦਰ ਘਟੀ ਤੀਰਥ ਨਾਮਾ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁਰ ਜਨਮ ਨਾ ਆਵਾਂ। ਤਨ ਲੈ ਕੇ ਆਏ ਸਨ ਭਾਈ ਲਹਿਣਾ ਜੀ, ਪਰ ਨਾਲ ਨਾਲ ਉਹਨਾਂ ਦਾ ਮਨ ਵੀ ਆਇਆ ਸੀ, ਆਪਣੀ ਮਤ ਨੂੰ ਪਿਛਾਂ ਛੱਡ ਕੇ ਆਏ ਸੀ। ਸ਼੍ਰੀ ਚੰਦ ਜੀ, ਲਖਮੀ ਚੰਦ ਜੀ ਪੁੱਤਰ ਹੋਣ ਦੇ ਬਾਵਜੂਦ ਵੀ ਮੌਜੂਦ ਤਾਂ ਉਹ ਵੀ ਸੀ, ਪਰ ਗੁਰਗੱਦੀ ਦਾ ਮਾਲਕ ਬਣਾਇਆ ਗਿਆ ਭਾਈ ਲਹਿਣਾ ਜੀ ਨੂੰ, ਕਿਉਂਕਿ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਸੀ। ਮਨ ਵੇਚਿਆ ਸਤਿਗੁਰ ਕੈ ਪਾਸ, ਤੇ ਸੇਵਕੇ ਕਾਰਜ ਰਾਸ। ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ। ਜਿਸ ਵੇਲੇ ਅਸੀਂ ਗੁਰੂ ਨੂੰ ਆਪਣਾ ਮਨ ਅਰਪਣ ਕਰ ਦਿਆਂਗੇ, ਆਪਣਾ ਹਿਰਦਾ ਅਰਪਣ ਕਰ ਦਿਆਂਗੇ, ਗੁਰਦੁਆਰੇ ਆ ਕੇ ਉਸ ਸਤਸੰਗ ਦੇ ਵਿੱਚ ਬੈਠ ਕੇ, ਉਸ ਸੰਗਤ ਦੇ ਵਿੱਚ ਬੈਠ ਕੇ ਜਦ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰ ਕਰਾਂਗੇ, ਹੋਵੇਗਾ ਕੀ ਕਹਿ ਦਿੱਤਾ ਗਿਆ, ਸਹਿਜ ਅਖਾਰੈ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਪੰਕਤੀ ਇਹੀ ਕਹਿੰਦੀ ਹੈ ਨਾ, ਸਹਿਜ ਅਖਾਰੈ। ਅਖਾਰੇ ਦਾ ਭਾਵ ਹੁੰਦਾ ਹੈ ਭੀੜ ਹੋਵੇ, ਅਖਾੜਾ ਲੱਗਦਾ ਹੋਵੇ, ਜਿੱਥੇ ਇਕੱਠ ਹੋਵੇ। ਉਸ ਅਖਾੜੇ ਦੇ ਵਿੱਚ ਕੋਈ ਜੇ ਗੁਰਬਾਣੀ ਗਾ ਰਿਹਾ ਤੇ ਉਹਨੂੰ ਸੁਣੀਏ, ਜੇ ਕੋਈ ਸੁਣਨਾ ਚਾਹੁੰਦਾ ਹੈ ਤੇ ਉਹਨੂੰ ਸੁਣਾਈਏ। ਸਹਿਜ ਅਖਾਰੈ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਹਰ ਕਨੰਦ ਸੋਗ ਨਹੀਂ ਬੀਆ, ਸੋ ਕਰ ਗੁਰੂ ਨਾਨਕ ਕੋ ਦੀਆ। ਉਹੀ ਘਰ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਦਿੱਤਾ ਗਿਆ ਸੀ, ਉਹੀ ਘਰ ਜਿਸ ਘਰ ਦੇ ਵਿੱਚ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਪਹੁੰਚੇ ਸਨ। ਜੇ ਸਾਡੀ ਭਾਵਨਾ ਰਹੀ ਨਾ, ਗੁਰਬਾਣੀ ਕਹਿੰਦੀ ਕੀ ਹੈ, ਪੇਖਨ ਸੁਨਨ ਸੁਨਾਮਨੋ ਮਨ ਮੈਂ ਦੜੀਆ ਸਾਜ। ਗੁਰਦੁਆਰੇ ਆ ਕੇ
ਵੇਖਣਾ ਹੈ, ਗੁਰੂ ਨੂੰ ਵੇਖਣਾ। ਪੇਖਣ ਸੁਣਨ, ਜੇ ਕੋਈ ਸੁਣ ਰਿਹਾ ਤੇ ਉਹਨੂੰ ਸੁਣਾਈਏ। ਸੁਣਨ ਸੁਣਾਓ ਮਨੂੰ, ਮਨ ਮੈਂ ਦੜੀਆ ਸਾਚ, ਸੱਚੇ ਦੀ ਬਾਣੀ ਨੂੰ, ਉਹ ਸੱਚ ਰੂਪੀ ਬਾਣੀ ਨੂੰ ਆਪਣੇ ਹਿਰਦੇ 'ਚ ਧਾਰਨ ਕਰ ਲਈਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਉਹ ਸੱਚੇ ਦੀ ਬਾਣੀ ਨੂੰ ਜਿਸ ਵੇਲੇ ਆਪਣੇ ਹਿਰਦੇ 'ਚ ਧਾਰਨ ਕਰ ਲਿਆਂਗੇ, ਹੋਵੇਗਾ ਕਿ ਪੇਖਨ ਸੁਨਨ ਸੁਨਾਵਨੋ, ਮਨ ਮੈਂ ਦੜੀਆ ਸਾਚ, ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਉਦੋਂ ਫਿਰ ਬਾਹਰ ਕਿਤੇ ਲੱਭਣ ਦੀ ਲੋੜ ਨਹੀਂ, ਗੁਰੂ ਤੁਹਾਨੂੰ ਤੁਹਾਡੇ ਅੰਦਰ ਹੀ ਮਿਲ ਪਵੇਗਾ, ਪ੍ਰਾਪਤ ਹੋ ਜਾਵੇਗਾ। ਨਾ ਕਿਤੇ ਪਹਾੜਾਂ ਤੇ ਜਾਣ ਦੀ ਲੋੜ ਹੈ, ਨਾ ਕਿਸੇ ਤੀਰਥਾਂ ਤੇ, ਮਹੱਲੇ ਦੇ ਹੀ ਤੁਸੀਂ ਗੁਰਦੁਆਰੇ ਆ ਜਾਓ। ਕਿਸੇ ਧਰਮ ਸਥਾਨ ਤੇ ਜੇ ਤੁਸੀਂ ਜਾ ਰਹੇ ਹੋ, ਉੱਥੇ ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰਬਾਣੀ ਨੂੰ ਗਾਇਨ ਕਰੋ, ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਸਵਾਮੀ ਰਾਮਨ ਜੀ ਨੇ ਕਹਿ ਦਿੱਤਾ ਨਾ, ਕਹਿੰਦੇ ਮੈਂ ਹੁਣ ਆ ਗਿਆ, ਮੇਰਾ ਮਨ ਆ ਗਿਆ, ਮੇਰਾ ਮਨ ਹੁਣ ਪਾਮੋ ਤੇ ਪਿੰਗਲ ਭਇਆ। ਹੁਣ ਪੈਰਾਂ ਤੋਂ ਪਿੰਗਲਾ ਇਹ ਮਨ ਹੋ ਗਿਆ। ਪਹਿਲਾਂ ਬੜਾ ਦੌੜਦਾ ਸੀ, ਭਜਦਾ ਸੀ, ਪਰ ਹੁਣ ਜਦੋਂ ਦਾ ਗੁਰੂ ਕੋਲ ਆ ਗਿਆ, ਇਉਂ ਜਾਣੋ ਪੈਰਾਂ ਤੋਂ ਹੀ ਪਿੰਗਲਾ ਹੋ ਗਿਆ। ਇਹ ਹੁਣ ਕਿਤੇ ਜਾਂਦਾ ਹੀ ਨਹੀਂ ਹੈ, ਪਰ ਯਤਨ ਆਪ ਕਰਨਾ ਪਏਗਾ। ਸਤ ਸੰਗਤ ਜੀ, ਕਈ ਵਾਰੀ ਮਾਤਾਵਾਂ ਭੈਣਾਂ ਕਹਿ ਦਿੰਦੀਆਂ ਨੇ ਕਿ ਭਾਈ ਸਾਹਿਬ ਜੀ ਅੰਮ੍ਰਿਤ ਵੇਲਾ ਉੱਠਦੇ ਜਪਜੀ ਸਾਹਿਬ ਕਰਦੇ ਹਾਂ ਜਾਂ ਸੁਖਮਨੀ ਸਾਹਿਬ ਕਰਦੇ ਹਾਂ ਤੇ ਸੁਰਤ ਹੋਰ ਹੋਰ ਪਾਸੇ ਭਟਕਦੀ ਫਿਰਦੀ ਹੈ। ਪਰ ਯਤਨ ਕਰਿਆ ਕਰੋ, ਬਾਣੀ ਪੜ੍ਹਨਾ ਛੱਡੋ ਨਾ। ਮੈਂ ਉਦੋਂ ਇੱਕ ਐਗਜ਼ਾਮਪਲ ਬੜਾ ਸੋਹਣਾ ਦਿੰਦਾ ਹੁੰਦਾ, ਬੜਾ ਹੀ ਸਿੰਪਲ ਜਿਹਾ ਐਗਜ਼ਾਮਪਲ ਹੈ। ਤੁਸੀਂ ਵੇਖੋ ਮਾਤਾਵਾਂ ਭੈਣਾਂ ਵੀ ਨੇ ਨਾ, ਘਰ ਦੇ ਵਿੱਚ ਆਟਾ ਗੁੰਨਦੀਆਂ ਨੇ। ਹੁਣ ਆਟਾ ਨਿਰਾ ਪਾਊਡਰ ਹੈ, ਜਦ ਤੱਕ ਨਿਰਾ ਪਾਊਡਰ ਹੈ ਨਾ, ਤੁਸੀਂ ਪਰਾਤ ਦੇ ਵਿੱਚ ਪਾਓਗੇ, ਬਰਤਨ ਦੇ ਵਿੱਚ ਪਾਓਗੇ, ਉਹੀ ਉਸ ਪਾਊਡਰ ਨੂੰ, ਉਸ ਆਟੇ ਨੂੰ ਨਾ ਵਾਪਸ ਦੁਬਾਰਾ ਤੁਸੀਂ ਬਰਤਨ ਵਿੱਚੋਂ ਕੱਢ ਕੇ ਪੈਕਟ ਦੇ ਵਿੱਚ ਪਾ ਦਿਓ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਉਸੇ ਤਰ੍ਹਾਂ ਸਾਰਾ ਹੀ ਉਹ ਆਟਾ ਵਾਪਸ ਆ ਜਾਵੇਗਾ। ਪਰ ਜਿਉਂ ਹੀ ਆਟਾ ਤੁਸੀਂ ਬਰਤਨ ਦੇ ਵਿੱਚ ਪਾ ਕੇ ਉੱਪਰੋਂ ਪਾਣੀ ਪਾਉਂਦੇ ਹੋ, ਹੁੰਦਾ ਕਿ ਇਹ ਬਰਤਨ ਨੂੰ ਚਿਪਕਣ ਲੱਗਦਾ, ਉਦੋਂ ਫਿਰ ਚਿਪਕਦਾ ਹੈ। ਪਰ ਜਦ ਪੂਰੇ ਤਰੀਕੇ ਦੇ ਨਾਲ ਤੁਸੀਂ ਗੁੰਨਣਾ ਨਹੀਂ ਛੱਡਦੇ ਹੋ, ਪੂਰੇ ਤਰੀਕੇ ਦੇ ਨਾਲ ਜਦ ਗੁੰਨਿਆ ਜਾਂਦਾ ਹੈ, ਫਿਰ ਦੁਬਾਰਾ ਅਗਲੀ ਕਿਰਿਆ ਕੀ ਹੁੰਦੀ ਹੈ, ਉਹ ਸਾਰੇ ਦਾ ਸਾਰਾ ਆਟਾ ਤੁਸੀਂ ਗੁੰਨਿਆ ਹੋਇਆ ਜਦ ਤੁਸੀਂ ਚੱਕ ਲੈਂਦੇ, ਫਿਰ ਦੁਬਾਰਾ ਬਰਤਨ ਨੂੰ ਛੱਡ ਦਿੰਦਾ। ਕੜਾ ਪ੍ਰਸ਼ਾਦ ਵੀ ਇੱਦਾਂ ਹੀ ਆ। ਕੜਾ ਪ੍ਰਸ਼ਾਦ ਵੀ ਜਦ ਆਪਾਂ ਬਣਾਉਂਦੇ ਹਾਂ, ਸੇਵਾਦਾਰ ਗੁਰੂ ਕੇ ਗ੍ਰੰਥੀ ਸਿੰਘ ਜਦ ਕੜਾ ਪ੍ਰਸ਼ਾਦ ਤਿਆਰ ਕਰਦੇ ਨੇ, ਹੁੰਦਾ ਕਿ ਇਹ ਨਿਰਾ ਪਾਊਡਰ ਹੁੰਦਾ, ਉਹਨੂੰ ਕੜਾਹੇ ਵਿੱਚੋਂ ਫੇਰ ਦੁਬਾਰਾ ਵਾਪਸ ਪਾ ਦਿਓ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਜਦ ਘਿਓ ਪਾ ਕੇ ਉੱਪਰੋਂ ਫਿਰ ਆਟਾ ਪਾਇਆ ਜਾਂਦਾ ਹੈ, ਤੇ ਫਿਰ ਹੁੰਦਾ ਕਿ ਇਹ ਕੜਾਹੇ ਨੂੰ ਚਿਪਕਦਾ। ਜੋ ਕਿਰਿਆ ਹੁੰਦੀ ਹੈ, ਘਿਓ ਪਾਇਆ ਜਾਂਦਾ, ਖੰਡ ਪਾਈ ਜਾਂਦੀ, ਆਟਾ ਪਾਇਆ ਜਾਂਦਾ, ਕੁਝ ਕੁਝ ਥੋੜਾ ਥੋੜਾ ਜਲ ਵੀ ਉਹਦੇ ਵਿੱਚ ਪਾਇਆ ਜਾਂਦਾ, ਉਦੋਂ ਹੁੰਦਾ ਕੀ ਹੈ, ਉਹ ਚਿਪਕਦਾ ਕੜਾਹੇ ਨੂੰ। ਪਰ ਅਸੀਂ ਜੋ ਸੇਵਾਦਾਰ ਹੁੰਦੇ ਨੇ, ਬਾਣੀ ਪੜ੍ਹਦਿਆਂ ਹੋਇਆਂ, ਉਹ ਕੜਾ ਪ੍ਰਸ਼ਾਦ ਜਦ ਬਣਾਉਂਦੇ ਨੇ ਤੇ ਉਹ ਛੱਡਦੇ ਨਹੀਂ ਨੇ ਕਿਉਂਕਿ ਚਿਪਕਣਾ ਸ਼ੁਰੂ ਕਰ ਦਿੱਤਾ, ਨਹੀਂ, ਉਹ ਬਣਾਉਣਾ ਜਾਰੀ ਰੱਖਦੇ ਨੇ। ਜਦ ਪੂਰੇ ਤਰੀਕੇ ਦੇ ਨਾਲ ਕੜਾ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ, ਫਿਰ ਕੜਾਹੇ ਨੂੰ ਨਾ ਉਹ ਕੜਛੀ ਦੇ ਨਾਲ ਜਾਂ ਹੋਰ ਕਿਸੇ ਚੀਜ਼ ਦੇ ਨਾਲ ਛਡਾਉਣ ਦੀ ਲੋੜ ਨਹੀਂ ਪੈਂਦੀ ਹੈ। ਕੜਾਹੇ ਨੂੰ ਟੇਢਾ ਕਰਦੇ ਨੇ, ਸੇਵਾਦਾਰਾਂ ਨੂੰ ਪਤਾ ਹੈ, ਆਪੇ ਹੀ ਉਹ ਸਾਰੇ ਦਾ ਸਾਰਾ ਕੜਾ ਪ੍ਰਸ਼ਾਦ ਬਰਤਨ ਦੇ ਵਿੱਚ ਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ, ਦੱਸ ਕਿਉਂ ਐਗਜ਼ਾਮਪਲ ਲੈ ਰਹੇ, ਸਾਡਾ ਮਨ ਵੀ ਇਸੇ ਤਰ੍ਹਾਂ ਹੀ ਹੈ। ਜਦ ਨਿਰਾ ਸੰਸਾਰ ਨਾਲ ਜੁੜਿਆ ਹੋਇਆ ਸੀ, ਇਹਨੂੰ ਬਹੁਤਾ ਫਰਕ ਨਹੀਂ ਸੀ ਪੈਂਦਾ। ਉਹੋ ਜਿਹੇ ਕਰਮਕਾਂਡ ਹੋ ਰਹੇ ਸੀ, ਭਾਵੇਂ ਚੰਗਿਆਈ ਸੰਸਾਰ ਦੇ ਵਿੱਚ ਹੋ ਰਹੀ ਹੈ, ਭਾਵੇਂ ਬੁਰਿਆਈ ਸੰਸਾਰ ਦੇ ਵਿੱਚ ਹੋ ਰਹੀ ਹੈ, ਸਾਨੂੰ ਬਹੁਤਾ ਫਰਕ ਨਹੀਂ ਸੀ ਪੈ ਰਿਹਾ। ਪਰ ਜਿਸ ਵੇਲੇ ਅਸੀਂ ਗੁਰੂ ਦਰਬਾਰ ਦੇ ਵਿੱਚ ਆ ਗਏ, ਗੁਰਬਾਣੀ ਦੇ ਨਾਲ ਜੁੜ ਗਏ, ਹੋਇਆ ਕਿ ਉਦੋਂ ਸਾਨੂੰ ਖਿਆਲ ਆਉਣਾ ਸ਼ੁਰੂ ਹੋਇਆ ਕਿ ਜੇ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ ਤੇ ਮਨ ਸਾਡਾ ਭਟਕ ਰਿਹਾ ਦੁਨਿਆਵੀ ਗੱਲਾਂ ਵੱਲ। ਪਰ ਜੇ ਸਤ ਸੰਗਤ ਜੀ ਕੜਾ ਪ੍ਰਸ਼ਾਦ ਬਣਾਉਣਾ ਅਸੀਂ ਬੰਦ ਨਹੀਂ ਕਰਦੇ ਹਾਂ, ਆਟਾ ਗੁੰਨਣਾ ਅਸੀਂ ਬੰਦ ਨਹੀਂ ਕਰਦੇ ਹਾਂ, ਤੇ ਪੂਰਾ ਗੁੱਝਿਆ ਜਾਂਦਾ ਹੈ। ਕੜਾ ਪ੍ਰਸ਼ਾਦ ਪਾ ਕੇ ਕੜਾਹਾ ਛੱਡ ਦਿੰਦਾ ਹੈ। ਬਾਣੀ ਪੜ੍ਹਨੀ ਅਸੀਂ ਛੱਡੀਏ ਨਾ। ਮਨ ਜਿਸ ਵੇਲੇ ਤਿਆਰ ਹੋ ਜਾਵੇਗਾ, ਇਹ ਸੰਸਾਰ ਰੂਪੀ ਸਮੁੰਦਰ ਨੂੰ ਛੱਡ ਦੇਵੇਗਾ, ਪਰਮਾਤਮਾ ਵਾਹਿਗੁਰੂ ਨਾਲ ਲੈ ਹੋ ਜਾਵੇਗੀ।
क्योंकि याद रखना तन के बिल्कुल ओपोजिट काम करता मन साडा। पहला तन आया सी ते उहनूं लटाया जांदा सी, लटाया जांदा, हौली हौली बैठना आरंभ करता, फिर तुरना आरंभ करता, फिर भजदा है। मन ये उल्ट है, मन पहला भजदा है, हौली हौली जब बाणी असीं पढ़ते हैं तो फिर काबू दे विच आउंदा है। पर बाणी पढ़नी छड्डीए ना, जब मन गुरु दे नाल एकमिक हो गया, होया कि गुरबाणी हर एक गल का जवाब है। देयर इज़ नो सच क्वेश्चन इन दिस वर्ल्ड फॉर विच गुरु ग्रंथ साहिब जी कैन आंसर। दुनिया का कोई ऐसा सवाल नहीं जिसका जवाब असी गुरु ग्रंथ साहिब जी तो नहीं लै सकते हैं। धात मिलै फन धात को सिफती सिफत समाए। जिस तरह धातु ढल के धात का रूप हो जाती है ना, कहते बंदगी करने वाला उहदा ही रूप हो जाता। कोई भी पुलिस ऑफिसर, कोई भी हाई कोर्ट का, सुप्रीम कोर्ट का जज किसी मुजरम नूं अपने वर्गा जज या पुलिस ऑफिसर नहीं बना सकता है, क्योंकि उन्होंने बोलों के विच करुणा नहीं होंदी है, क्रूरता होंदी है। पर धन सतगुरु साहिब श्री गुरु ग्रंथ साहिब जी महाराज इत्थे रोज़ आके असी हुक्म सुनते हैं। हुक्मनामा, हुक्म का भाव की होंदा है? 3 वर्ड ने, हा हा कक्का ते मम्मा। हाहे तो भाव होंदा हाक, बोल, हाक का भाव बोल, ते कक्के तो करुणा। उस करुणे परे हाक नूं, उस करुणा परे हाक नूं, बोल नूं जद सुनते हैं तो मम्मे तो मुकाम तक असी पहुँच सकते हैं। यह है हुक्म। हुक्म नूं कमाउणा इस करके है। भाई लहणा जी ने उस हुक्म नूं कमाया, जो गुरु नानक देव पातशाह जी ने हुक्म किया तो उही कुछ किया, अपने मत नूं पिछां छड़ के आए, अपनी इच्छावां नूं मार के आए सन। 7 साल तक लगातार सेवा की है, कठन घालना घाली है, सिख बनन लई आए सन। पर सतगुरु गुरु नानक देव पातशाह जी की कृपा, वो बख्शिश भाई लहणा जी नूं गुरु अंगद देव पातशाह ही पा दिता। इहदा भाव सत संगत जी कि जे असी भी यतन करिए ना, जे सच्ची भावना दे नाल गुरु दे नाल गुरबाणी दे नाल जुड़ जाइए, गुरु दे हुक्म की अगवाई हेठ, उस शब्द की अगवाई हेठ अपने जीवन को बतीत करिए। बचन यही है, गुर सतगुर का जो सिख अखाए सो पलके उठ हर नाम त्यावै, उदम करे पलके प्रभाते इशनान करे अमृतसर नावै। उपदेश गुरु हर हर जप जापै, सब किल विक पाप दोख लै जावै, फिर चढ़े दिवस गुरबाणी गावै। बहदियाँ उठदियाँ हर नाम ध्यावै वाली गल जिस वेले हो जाएगी, उदों ही होवेगा कि सतसंगत जी साडा भी जीवन फुल्लां दी सेज बन जाएगा। उदों ही ये साडा प्रकाश पुरब मनाया भी साडा प्रवान हो जाएगा, साडा जीवन स्वर्ग बन जाएगा। असी अपनी मंजिल तक पहुँच सकते हैं, पर यतन करना पएगा। गुरबाणी अनुसार जीवन बतीत करो, अपने जीवन को सफल बनाओ। यही अरदास सारी ही गुरु रूप सत संगत दे लई श्री हरकृष्ण धियाई है। जिस डिठे सब दुख जाए, तेग बहादुर सिमरिया कर नौन दिया वै धाए, सब थाई होए सहाय। बड़ा धन्नवादी हाँ मेरे अजीज ते सत्कारयोग सरदार राजिंदर सिंह जी का, समुची प्रबंधक कमेटी का, जिन्होंने दास नूं हुक्म किया आप साध संगत के रूबरू होकर कथा दीयां सेवावां निभाउण लई। अगे भी जद कदी मौका मिले दास जरूर हाज़र होवेगा। सिंह साहब ज्ञानी हरनाम सिंह खालसा जी उदों भी आउंदे सन पुराने समय दे विच, ते पुराना प्यार इन्हां मुख सेवादारां नाल है, पुराना प्यार इत्थे दी संगत दे नाल भी है, ते हमेशा ही याद करते ने। सो कथा करदियां होइयां जे दास मन मन अनुसार कुछ बोल गया होवे, खिमा दा जाचक है। गुरमत अनुसार जे आप सारिਆਂ ने कुछ सरवण किया होवे, जिंदगी दे विच धारण करन दा यतन जरूर करना। एक बारी फिर गुरु अंगद देव पातशाह जी के पावन प्रकाश पुरब की लख लख ਵਧਾਈ आप सारिਆਂ ਨੂੰ। गुरु की बख्शी फतेह प्रवान करो। वाहिगुरु जी का खालसा, वाहिगुरु जी की फतेह। गुरु ग्रंथ ਸਾਹਿਬ ਦੀ ਗੋਦ